ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਨੇ ਸਰਦਾਰ ਸਤਪਾਲ ਸਿੰਘ ਜੌਹਲ ਤੇ ਆਓ ਫਿਰ ਉਹਨਾਂ ਨਾਲ ਗੱਲਾਂ ਬਾਤਾਂ ਕਰੀਏ। ਜੌਹਲ ਸਾਹਿਬ, ਅ ਵੈਰੀ ਵੈਰੀ ਗੁੱਡ ਲਵਿੰਗ ਮਾਰਨਿੰਗ। ਜੀ ਥੈਂਕ ਯੂ ਸੋ ਮਚ ਅਰਸ਼, ਤੁਹਾਨੂੰ ਵੀ ਵੈਲਕਮ ਬੈਕ ਤੇ ਸਾਰੇ ਸਰੋਤਿਆਂ ਨੂੰ ਵੀ ਦਰਸ਼ਕਾਂ ਨੂੰ ਵੀ ਐਨ ਕਹਿੰਦੇ ਜੀ ਹੈਪੀ ਵੈਲੈਂਟਾਈਨਸ ਡੇ। ਹਾਂਜੀ ਬਿਲਕੁਲ ਜੀ। ਤਾਂ ਵੈਲੈਂਟਾਈਨਸ ਡੇ ਹੈਪੀ ਵੈਸੇ ਉਹਨਾਂ ਨੂੰ ਆ ਜਿਹੜੇ ਲੋਕ ਇਹਦਾ ਮਤਲਬ ਅਸਲ ਸਮਝਦੇ ਵੀ ਆ ਵੀ ਵੈਲੈਂਟਾਈਨ ਦਾ ਭਾਵ ਕੀ ਆ। ਜੀ 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 ਕਿਉਂਕਿ ਇਹ ਵੈਲੈਂਟਾਈਨ ਡੇ ਮਤਲਬ ਗਰਲਫ੍ਰੈਂਡ ਬੁਆਏਫ੍ਰੈਂਡ ਦੇ ਪਖੰਡ ਦੇ ਤੌਰ ਤੇ ਵਰਤਣ ਨੂੰ ਨਹੀਂ ਆ। ਇਹਦੇ ਪਿੱਛੇ ਇੱਕ ਸ਼ਹਾਦਤ ਲੁਕੀ ਹੋਈ ਆ, ਇਹਦੇ ਪਿੱਛੇ ਇੱਕ ਅਕੀਦਾ ਛੁਪਿਆ ਹੋਇਆ ਹੈ। ਸਦੀਆਂ ਪਹਿਲਾਂ ਵੈਲੈਂਟਾਈਨ ਇੱਕ ਸੰਤ ਸੀ, ਸੰਤ। ਮੈਂ ਸਮਝਾਂਗਾ ਉਹਦੀ ਰੂਹ ਨੂੰ ਸਤਾਉਂਦੇ ਨੇ ਉਹ ਲੋਕ ਜਿਹੜੇ ਵੈਲੈਂਟਾਈਨ ਡੇ ਨੂੰ ਇੱਕ ਜਸਟ ਪਖੰਡ ਸਮਝਿਆ ਹੋਇਆ, ਜਾਂ ਫਿਰ ਕੁਛ ਗਰੁੱਪ ਧੜੇ ਬਣਾ ਕੇ ਕੁਝ ਲੋਕਾਂ ਨੂੰ ਮਨਾਉਣ ਤੋਂ ਰੋਕਣਗੇ ਧਾਰਮਿਕ ਜਨੂੰਨ। ਸੋ ਇਸ ਕਰਕੇ ਉਸ ਬੰਦੇ ਨੂੰ ਜਾਣੀ ਮਾਰ ਹੀ ਦਿੱਤਾ ਗਿਆ ਸੀਗਾ ਜਿਹੜਾ ਪਿਆਰ ਕਰਨ ਵਾਲੇ ਲੋਕਾਂ ਨੂੰ ਇਕੱਠੇ ਕਰਦਾ ਸੀ ਕਿ ਜੇ ਵਿਆਹ ਕਰਾਉਣਾ ਚਾਹੁੰਦੇ ਤੇ ਕਰਾ ਸਕਦੇ। ਠੀਕ ਹੈ। ਤੇ ਉਹ ਸੀਗਾ ਇਹ ਸੰਤ ਸਰੂਪ ਵੈਲੈਂਟਾਈਨ, ਇਹਦੀ ਯਾਦ ਵਿੱਚ ਇਹ ਦਿਨ ਹੈ। ਬਿਲਕੁਲ ਉਹਨੂੰ ਸ਼ਰਧਾਂਜਲੀ ਦੇਣੀ ਹੈ, ਆਪਸ ਵਿੱਚ ਵੀ ਫੁੱਲ ਲਈ ਜਾਈਏ ਤੇ ਦੇਈ ਜਾਈਏ, ਪਰ ਉਹਨੂੰ ਸ਼ਰਧਾਂਜਲੀ ਦੇਣੀ ਹੈ। ਬਿਲਕੁਲ ਬਿਲਕੁਲ ਉਹਦਾ ਦਿਨ ਹੈ, ਸੰਤ ਦਾ ਦਿਨ ਹੈ ਜਿਹਨੇ ਉਹਨੂੰ ਮਾਰ ਹੀ ਦਿੱਤਾ ਗਿਆ ਸੀ ਸਰਕਾਰ। ਸੋ ਇਸ ਕਰਕੇ ਆਓ ਉਸ ਸੰਤ ਨੂੰ ਸ਼ਰਧਾਂਜਲੀ ਦਈਏ ਤੇ ਇਸ ਦਿਨ ਨੂੰ ਇੱਕ ਸਬਕ ਵਜੋਂ, ਲੈਸਨ ਵਜੋਂ ਮਨਾਈਏ, ਨਾ ਕਿ ਪਖੰਡ ਦਾ ਰੂਪ ਦਈਏ। ਜੀ 905 813 1320 ਤੁਹਾਡੇ ਕੋਈ ਵਿਚਾਰ ਗੱਲਾਂ ਬਾਤਾਂ ਕਰਨਾ ਚਾਹੁੰਦੇ ਹੋ ਤਾਂ ਸਾਡੇ ਸਟੂਡੀਓ ਦੇ ਨੰਬਰ ਰਹਿਣਗੇ। ਤੇ ਅੱਜ ਦਾ ਪ੍ਰੋਗਰਾਮ ਵਿਸ਼ੇਸ਼ ਤੌਰ ਤੇ ਇਸ ਸੈਗਮੈਂਟ ਨੂੰ ਸਪਾਂਸਰ ਕਰਦੇ ਹਾਂ ਜੀ ਲੋਟਸ ਫਿਊਨਰ ਹੋਮ ਕ੍ਰਿਮੇਸ਼ਨ ਸੈਂਟਰ ਦੇ ਵੀਰ ਹਰਮਿੰਦਰ ਹਾਂਸੀ ਦੀ ਪੂਰੀ ਟੀਮ। ਅੰਤਮ ਰਸਮਾਂ ਵਾਸਤੇ ਇੱਕੋ ਛੱਤ ਥੱਲੇ ਤੁਹਾਡੇ ਦੁੱਖ ਦੇ ਸਾਥੀ, ਤੁਹਾਡੀ ਬੋਲੀ ਬੋਲਦਾ ਸਟਾਫ। 647 547 8188 647 547 8188। 101 ਜਨਮ ਦਿਨ, ਹੈਪੀ ਬਰਥਡੇ ਟੂ ਆਵਰ ਵੈਰੀ ਵੈਰੀ ਲਵਿੰਗ ਹੇਜ਼ਲ ਮਕੈਲੀਅਨ ਆਫ ਮਿਸਿਸਾਗਾ ਜੋ ਪਾਸਟ ਮੇਅਰ ਵੀ ਰਹਿ ਚੁੱਕੇ ਨੇ ਕਾਫੀ ਟਾਈਮ ਤੋਂ। ਜੇ ਮੈਂ ਕਹਿੰਦਾ ਜੇ ਮਿਸਿਸਾਗਾ ਨੂੰ ਕੋਈ ਸੁਧਾਰਿਆ, ਕੋਈ ਰੂਪ ਦਿੱਤਾ, ਇਟਸ ਜੇ ਵੱਡਾ ਹੱਥ ਹੈ ਜਾਂ ਹੇਜ਼ਲ ਮਕੈਲੀਅਨਸ। ਕਿਉਂਕਿ ਜਦੋਂ ਤੋਂ ਮਿਸਿਸਾਗਾ ਇਹ ਵੱਡਾ ਐਕਸਪੈਂਡ ਹੋਇਆ ਉਦੋਂ ਤੋਂ ਸੀਗੇ ਹੀ ਮੇਅਰ ਉਹ, ਹਨਾ ਜੀ। ਤੇ ਜੇ ਹੁਣ ਬੇੜਾ ਗਰਕ ਹੋ ਜੇ ਕਿਸੇ ਸ਼ਹਿਰ ਦਾ ਜਾਂ ਕਿਸੇ ਦੇਸ਼ ਦਾ ਤੇ ਉਹ ਵੀ ਲੀਡਰਸ਼ਿਪ ਦੀ ਜ਼ਿੰਮੇਵਾਰੀ ਆ। ਤੇ ਜੇ ਚੜ੍ਹਦੀ ਕਲਾ ਹੋ ਜੇ, ਨੰਬਰ 1 ਬਣ ਜੇ ਤੇ ਉਹਦਾ ਸਿਹਰਾ ਵੀ ਤੇ ਉਹਨਾਂ ਦੇ ਸਿਰੇ ਜਾਣਾ। ਬਿਲਕੁਲ। ਸੋ ਤਦ ਕਰਕੇ ਲੇਕਿਨ ਕਿ ਵੀ ਇਹ ਹੈ ਜੀ ਵੀ ਆਮ ਤੌਰ ਤੇ ਜਾਣੀ ਇੰਨੀ ਵੱਡੀ ਉਮਰ ਦੇ ਵਿੱਚ ਸਭ ਤੋਂ ਪਹਿਲਾਂ ਤੇ ਇਹੀ ਮੁਬਾਰਕ ਹੈ ਵੀ 101 ਸਾਲ ਦੀ ਉਮਰ ਦੇ ਵਿੱਚ ਵਿਅਕਤੀ ਦੇ ਹੋਸ਼ੋ ਹਵਾਸ ਕਾਇਮ ਨੇ ਤੇ ਉਹ ਤੰਦਰੁਸਤ ਹੈ। ਬਿਲਕੁਲ। ਖੁਸ਼ਵੰਤ ਸਿੰਘ ਉਹਨਾਂ ਦੀ ਉਮਰ ਤਾਂ 92-93 ਸਾਲ ਹੋਈ ਹੈ। ਤੇ ਉਹਨਾਂ ਨੂੰ ਪੁੱਛਿਆ ਸੀਗਾ ਜਦੋਂ ਆਖਰੀ ਉਹਨਾਂ ਦੇ ਇੰਟਰਵਿਊ ਦੇ ਵਿੱਚ ਵੀ ਤੁਸੀਂ ਇੰਨੇ ਤੁਹਾਡੀ ਯਾਦ ਸ਼ਕਤੀ, ਮੈਮਰੀ ਸਭ ਕੁਛ ਕਿੱਦਾਂ ਕਾਇਮ ਆ, ਹੋਸ਼ੋ ਹਵਾਸ ਹੈ ਨਾ, ਇੱਦਾਂ ਕਿੱਦਾਂ ਹੈ। ਇੱਦਾਂ ਹੀ ਜਾਣੀ ਬੀਬੀ ਜੀ ਵੀ ਆ ਵੀ ਹੇਜ਼ਲ ਮਕੈਲੀਅਨ, ਉਹਨਾਂ ਨਾਲ ਅੱਜ ਭਾਵੇਂ ਗੱਲ ਕਰਕੇ ਦੇਖ ਲਓ। ਜਦੋਂ ਉਹਨਾਂ ਦੀਆਂ ਸਫਲਤਾਵਾਂ ਬਾਰੇ ਪੁੱਛਿਆ ਜਾਵੇ ਉਹਨਾਂ ਦੀ ਮੈਮਰੀ ਐਨ ਕਾਇਮ ਆ। ਥੋੜਾ ਬਹੁਤਾ ਫਰਕ ਤਾਂ ਪੈਂਦਾ ਹੀ ਆ। ਇਹ ਜਿੱਦਾਂ ਇਹਨਾਂ ਨੇ ਜਿਹੜੀ ਇਹਦੇ ਵਿੱਚ ਮੇਜਰ ਗੱਲ ਆਪਣੀ ਲਾਈਫ ਦੀ ਇਹ ਕਹੀ ਆ ਵੀ ਹਰ ਪ੍ਰਾਣੀ ਉਹਦੀ ਜ਼ਿੰਦਗੀ ਦਾ ਇੱਕ ਮੰਤਵ ਆ। ਇਸ ਧਰਤੀ ਦੇ ਉੱਤੇ ਆਪਾਂ ਆਉਂਦੇ ਹਾਂ ਇੱਕ ਮੰਤਵ ਵਾਸਤੇ ਆਉਂਦੇ ਹਾਂ। ਰਾਈਟ। ਅਸੀਂ ਕੋਈ ਜਾਣੀ ਖੁਦਗਰਜ਼ੀਆਂ 'ਚ ਫਰਾਡ ਕਰਨ, ਚੋਰੀਆਂ ਕਰਨ, ਹੇਰਾ ਫੇਰੀਆਂ ਕਰਨ, ਦੇਸ਼ ਵਧੀਆ ਨੰਬਰ 1 ਨੂੰ ਦੋ ਟੈਚੀ ਰੱਖ ਕੇ ਤੇ ਗੰਦਲਾ ਕਰਨ ਨਹੀਂ ਆਉਂਦੇ। ਮਤਲਬ ਮੰਤਵ ਜ਼ਿੰਦਗੀ ਦਾ ਕੋਈ ਹੋਰ ਹੈ ਜੀ। ਜਾਣੀ ਇਹ ਬਹੁਮੁੱਲਾ ਜੀਵਨ ਹੈ 84 ਲੱਖ ਜੂਨਾਂ ਤੋਂ ਬਾਅਦ ਜੇ ਸਮਝਿਆ ਜਾਵੇ ਤਾਂ। ਤੇ ਤਦ ਕਰਕੇ ਆ ਜੀ ਖੁਸ਼ਵੰਤ ਸਿੰਘ ਉਹਨਾਂ ਨੇ ਇਹ ਕਿਹਾ ਸੀਗਾ ਵੀ ਮੇਰਾ ਜਿਹੜਾ ਨਾ ਲਾਈਫ ਦਾ ਇੱਕ ਡਿਸਿਪਲਨ ਆ, ਉਹ ਡਿਸਿਪਲਨ ਦੇ ਵਿੱਚ ਮੈਂ ਇਹ ਰੱਖਿਆ ਵੀ ਇੱਕ ਤਾਂ ਮੈਂ ਬਹੁਤ ਅਰਲੀ ਜਾਣੀ ਸਵੇਰੇ ਉੱਠਣ ਦਾ ਨਿਯਮ ਰੱਖਿਆ ਹੋਇਆ ਵੀ ਅੰਮ੍ਰਿਤ ਵੇਲੇ ਦੀ ਗੱਲ। ਤੇ ਇਹਦੇ ਨਾਲ ਹੀ ਫਿਰ ਜਾਣੀ ਆਪਣਾ ਜੋ ਵੀ ਮੈਂ ਖਾਣ ਪੀਣ ਕਰਕੇ ਤੇ ਫਿਰ ਮੈਂ ਰੀਡਿੰਗ, ਰਾਈਟਿੰਗ। ਹੁਣ ਨਾ ਤੇ ਰੀਡਿੰਗ ਦਿਮਾਗ ਦੀ ਵਰਤੋਂ ਬਿਨਾਂ ਹੋਣੀ ਆ, ਨਾ ਰਾਈਟਿੰਗ ਦਿਮਾਗ ਦੀ ਵਰਤੋਂ ਬਿਨਾਂ ਹੋਣੀ ਆ। ਦਿਮਾਗ ਦੀ ਵਰਤੋਂ ਦਾ ਮਤਲਬ ਦਿਮਾਗ ਦੀ ਐਕਸਰਸਾਈਜ਼ ਦਾ ਮਤਲਬ ਕਿ ਤੁਸੀਂ ਉਸ ਆਪਣੇ ਬੋਡੀ ਨੂੰ, ਸਰੀਰ ਨੂੰ ਤੰਦਰੁਸਤ ਰੱਖਣ ਦੇ ਲਈ ਕੋਸ਼ਿਸ਼, ਐਫਰਟਸ ਕਰ ਰਹੇ ਹੋ। ਸੋ ਇਸ ਤਰ੍ਹਾਂ ਆਪਣੇ ਦਿਮਾਗ ਦੀ ਵਰਤੋਂ ਕਰਕੇ ਜਿੱਥੇ ਬਹੁਤ ਕੁਛ ਪ੍ਰੋਡਕਟਿਵ ਵਿਅਕਤੀ ਸਮਾਜ ਨੂੰ ਦੇ ਸਕਦਾ, ਆਪਣੇ ਆਪ ਨੂੰ ਵੀ ਜਾਣੀ ਤੰਦਰੁਸਤ ਰੱਖ ਸਕਦਾ। ਜਿਹੜੀ ਸਾਡੀ ਮੈਮਰੀ, ਯਾਦ ਸ਼ਕਤੀ ਉਮਰ ਵਧਣ ਦੇ ਨਾਲ ਫੇਡ ਆਊਟ ਹੋਣੀ ਸ਼ੁਰੂ ਹੁੰਦੀ ਹੈ ਨਾ ਜੀ, ਉਹਦੇ ਵਿੱਚ ਜਾਣੀ ਜੇ ਦਿਮਾਗ ਦੀ, ਬ੍ਰੇਨ ਦੀ ਤੁਹਾਡੀ ਕਸਰਤ ਚੱਲਦੀ ਰਹੇ ਨਾ ਕਿਸੇ ਰੂਪ 'ਚ,
ਰੀਡਿੰਗ ਤੇ ਰਾਈਟਿੰਗ ਹੈ ਨਾ, ਜਿਹੜੀ ਆਪਾਂ ਅੱਜ ਛੱਡ ਗਏ ਆ। ਰਾਈਟ। ਅੱਜ ਆਪਾਂ ਕੰਨਾਂ ਨੂੰ ਜ਼ਿਆਦਾ ਵਰਤਦੇ ਹਾਂ ਸੁਣਨ ਦੇ ਵਿੱਚ, ਉਹ ਵੀ ਇੱਕ ਕੰਨ ਚੋਂ ਸੁਣਿਆ ਦੂਜੇ ਚੋਂ ਕੱਢਿਆ। ਹੂੰ। ਆਹ ਸਟੇਸ਼ਨ ਲਾਇਆ, ਅੱਧੇ ਘੰਟੇ ਬਾਅਦ ਦੂਜਾ ਸਟੇਸ਼ਨ ਲਾਇਆ, ਫਿਰ ਤੀਜਾ ਲਾਇਆ। ਉਹ ਚਾਰੇ ਪਾਸੇ ਜਦੋਂ ਭੱਜੇ ਹੀ ਫਿਰਦੇ ਆ ਆਪਾਂ, ਉਹ ਦਿਮਾਗ ਨੂੰ ਵਿਚਾਰੇ ਨੂੰ ਸਮਝ ਨਹੀਂ ਆਉਂਦੀ ਵੀ ਮੈਂ ਕਿਹੜੀ ਆਫਤ ਨੂੰ ਫੜਾਂ ਤੇ ਕਿਹੜੀ ਨੂੰ ਛੱਡਾਂ। ਰਾਈਟ। ਸੋ ਤਦ ਕਰਕੇ ਇਹ ਪੜ੍ਹਨਾ ਲਿਖਣਾ ਹੋਣਾ ਚਾਹੀਦਾ ਸ਼ੌਕ। ਕੁੱਲ ਮਿਲਾ ਕੇ ਲਿਖਣ ਕੇ ਵੀ ਇਹ ਜ਼ਿੰਦਗੀ ਦਾ ਮੰਤਵ ਆਪਣੇ ਆਪ ਹਾਸਲ ਹੁੰਦਾ ਨਜ਼ਰ ਆਊਗਾ ਅਰਸ਼। ਤੇ ਜੇ ਹੋਰ ਕੁਝ ਨਹੀਂ ਕਰ ਸਕੇ, ਕੁਝ ਚੰਗਾ ਸੋਚ ਕੇ, ਕੁਝ ਚੰਗਾ ਪੜ੍ਹ ਕੇ, ਕੁਝ ਚੰਗਾ ਲਿਖ ਕੇ ਵੀ ਸਮਾਜ ਨੂੰ ਦਿੱਤਾ ਜਾ ਸਕਦਾ। ਅੱਗ ਲਾਉਣ ਵਾਲੀਆਂ ਚ ਨਹੀਂ, ਅੱਗ ਬੁਝਾਉਣ ਵਾਲੀਆਂ ਚ ਸ਼ਾਮਲ ਹੋਈਏ। ਘੁਣ ਤੇ ਸਿਉਂਕ ਨਾ ਬਣੀਏ, ਘੁਣ ਤੇ ਸਿਉਂਕ ਨੂੰ ਝਾੜਨ ਦੇ ਵਿੱਚ ਸ਼ਾਮਲ ਹੋਈਏ। ਜੀ। ਕੈਨੇਡਾ ਦੇਸ਼ ਨੰਬਰ 1 ਹੈ, ਹੇਜ਼ਲ ਮਕੇਲੀਅਨ ਵਰਗੀਆਂ ਸ਼ਖਸੀਅਤਾਂ ਨੇ ਬਣਾਇਆ ਜੀ। ਉਸ ਨੂੰ ਜੇ ਅਸੀਂ ਹੋਰ ਇੱਥੇ ਦੋ ਟੈਚੀ ਰੱਖਣ ਮਗਰੋਂ ਬੈਟਰ ਨਹੀਂ ਕਰ ਸਕੇ ਤੇ ਉਦਾਂ ਦਾ ਰਹਿਣ ਦੀਏ ਜਿੱਦਾਂ ਦਾ ਸੀ, ਤਾਂ ਕਿ ਹੋਰ ਨਵੀਆਂ ਨਸਲਾਂ ਇੱਧਰ ਨੂੰ ਆਕਰਸ਼ਿਤ ਹੁੰਦੀਆਂ ਰਹਿਣ। ਤੇ ਜੇ ਇੱਕ ਸਿਉਂਕ ਚੋਂ ਉੱਠ ਕੇ ਦੂਜੀ ਜਗ੍ਹਾ ਜਾ ਕੇ ਅਸੀਂ ਘੁਣ ਬਣ ਗਏ ਤੇ ਫਿਰ ਇੱਧਰ ਨੂੰ ਕੌਣ ਦੇਖੂਗਾ 100 ਸਾਲ ਬਾਅਦ, 200 ਸਾਲ ਬਾਅਦ? ਤੇ ਉਹ ਕਹਿਣਗੇ ਵੀ ਇਹ ਚੰਗੇ ਲੋਕ ਆਏ ਸੀ ਯਾਰ, ਹਨਾ, ਚੰਗੀਆਂ ਪੁਸ਼ਤਾਂ ਇਹ ਆਈਆਂ ਸੀਗੀਆਂ ਪਹਿਲੀਆਂ ਜਿਹੜੀਆਂ ਬੇੜਾ ਹੀ ਗਰਕ ਕਰ ਗਈਆਂ ਇਸ ਇੱਕ ਇਲਾਕੇ ਦੀਆਂ। ਕਿਉਂਕਿ ਕੈਨੇਡਾ ਹੈ ਹੀ ਏਡਾ ਵਿਸ਼ਾਲ ਆ ਵੀ ਸਾਡੀਆਂ ਜ਼ਿੰਦਗੀਆਂ 'ਚ ਸਾਰਾ ਤਾਂ ਅਸੀਂ ਸ਼ਾਇਦ ਨਾ ਖਾ ਸਕੀਏ ਘੁਣ ਬਣ ਕੇ, ਸਿਉਂਕ ਬਣ ਕੇ, ਪਰ ਜਿੰਨਾ ਕੁ ਹਿੱਸਾ ਦੇਖ ਲਓ ਹੁਣ ਜਿੱਥੇ ਜਿੱਥੇ ਆ ਇਲਾਕੇ ਦੇਖ ਲਓ ਤੇ ਥੋੜਾ ਜਿਹਾ ਬਾਹਰ ਨਿਕਲੋ ਤੇ ਬੜਾ ਵਧੀਆ ਹੈ ਸਾਰਾ ਕੁਛ। ਸੋ ਆਪਾਂ ਸਿਉਂਕ ਘੁਣ ਥੋੜਾ ਜਿਹਾ ਖਿਆਲ ਕਰੀਏ, ਉਹ ਨਾ ਬਣੀਏ। ਨੰਬਰ 1 ਜੇ ਜਿਹਨਾਂ ਲੋਕਾਂ ਨੇ ਬਣਾਇਆ ਹੈ ਉਹਨਾਂ ਨੂੰ ਜਨਮ ਦਿਨ ਮੁਬਾਰਕ ਵੀ ਆਖੀਏ ਤੇ ਨਾਲ ਦੀ ਨਾਲ ਇਹਨੂੰ ਨੰਬਰ 1 ਬਣਿਆ ਵੀ ਰਹਿਣ ਦੀਏ। ਜੌਲ ਸਾਹਿਬ ਆਓ ਫਿਰ ਗੱਲਬਾਤ ਕਰੀਏ ਜੋ ਇਸ ਵੇਲੇ ਡੈਮੋਸਟ੍ਰੇਸ਼ਨ ਜਾਂ ਪ੍ਰੋਟੈਸਟ ਹੋ ਰਿਹਾ ਜੀ। ਮੇਅਰਸ ਆਪਸ ਦੇ ਵਿੱਚ ਆਪਣੇ ਆਪਣੇ ਓਪੀਨੀਅਨਸ ਰੱਖ ਰਹੇ ਆ, ਭਾਵ ਜੀ ਸਾਰਨੀਆ ਤੇ ਆਟਵਾਜ਼ ਦੇ ਜੋ ਮੇਅਰਸ ਨੇ ਕਾਫੀ ਆਪਣੇ ਡਿਫਰੈਂਟ ਵਿਚਾਰ ਨੇ। ਜਿਮ ਵਾਟਸਨ ਨੇ ਇੱਕ ਗੱਲਬਾਤ ਕੀਤੀ ਵਿਦ ਦ ਪ੍ਰੋਟੈਸਟਰਸ ਲੀਡਰਸ ਦੇ ਨਾਲ ਇਨ ਆਟਵਾ, ਤੇ ਉੱਥੇ ਮਾਈਕ ਬ੍ਰੈਡਲੀ ਨੇ ਵੀ ਕਿਹਾ ਕਿ ਜੋ ਸਾਰਨੀਆ ਦੇ ਜੋ ਗੱਲਾਂ ਬਾਤਾਂ ਨੇ, ਜੋ ਮੇਅਰ ਨੇ ਉਹ ਵੀ ਅਪੋਜ਼ ਕਰ ਰਹੇ ਨੇ ਜੋ ਗੱਲਾਂ ਬਾਤਾਂ ਹੋ ਰਹੀਆਂ ਨੇ। ਇਹ ਆਪਸ ਦੇ ਵਿੱਚ ਭਿੜ ਰਹੇ ਨੇ, ਇਹਨਾਂ ਨੂੰ ਇਹ ਨਹੀਂ ਕਿ ਇਹਨੂੰ ਨਿਬੇੜਿਆ ਜਾਵੇ, ਭਾਵ ਆਪਸ ਦੇ ਵਿੱਚ ਨਾ ਭਿੜਨ। ਹਾਂ ਨਹੀਂ, ਇਹ ਨਾ ਜਦੋਂ ਵੈਸੇ ਉਹ ਕਹਿੰਦੇ ਨਾ ਵੀ ਵਿਅਕਤੀ ਦੀ ਸਿਆਣਪ ਦੀ ਪਰਖ ਅੱਗੇ ਪਿੱਛੇ ਤਾਂ ਸਾਰੇ ਹੀ ਹੱਸਦੇ ਆ, ਸਭ ਕੁਛ ਠੀਕ ਹੈ। ਸਿਆਣਪ ਦੀ ਪਰਖ ਕਦੋਂ ਹੁੰਦੀ ਹੈ? ਜਦੋਂ ਬਾਜੀ ਪੁੱਠੀ ਪੈਂਦੀ ਹੈ। ਤੇ ਹੁਣ ਜਾਣੀ ਕਿ ਇਹ ਬਾਜੀ ਪੁੱਠੀ ਪਈ ਹੋਈ ਹੈ ਤਕਰੀਬਨ ਮੇਅਰਾਂ ਤੋਂ ਲੈ ਕੇ ਪ੍ਰੀਮੀਅਰਾਂ ਤੱਕ, ਪ੍ਰਧਾਨ ਮੰਤਰੀ ਤੱਕ। ਹਾਂਜੀ, ਤੇ ਪੁੱਠੀ ਬਾਜੀ ਭਾਵੇਂ ਪਾ ਇਹਨਾਂ ਨੇ ਚਲੋ ਆਪਣੇ ਤਰੀਕੇ ਦੇ ਨਾਲ ਆਪ ਹੀ ਲਈ ਆ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹ ਗਿੱਲਾ ਪੀਣ ਪਾ ਕੇ। 100% ਬੜਾ ਵਿਜ਼ਡਮ ਦੇ ਨਾਲ ਸ਼ੁਰੂ ਦੇ ਵਿੱਚ ਮਤਲਬ ਕੁਝ ਆਵਰਤ ਦੇ ਵਿੱਚ ਨਿਬੇੜਿਆ ਜਾ ਸਕਦਾ ਸੀਗਾ। ਤੁਸੀਂ ਅੱਜ ਦੇਖੋਗੇ ਹੁਣ ਪ੍ਰੀਮੀਅਰ ਨੇ ਵੀ ਅਨਾਊਂਸਮੈਂਟ ਕਰਨੀ ਆ ਜੀ ਵੀ ਅਸੀਂ ਜਿਹੜੀਆਂ ਰਿਸਟ੍ਰਿਕਸ਼ਨਸ ਆ ਇਹਨੂੰ ਲੂਜ਼ਨ ਕਰ ਰਹੇ ਆ, ਹਟਾ ਰਹੇ ਆ। ਕਾਫੀ ਸਾਰਾ ਫਰਕ ਪਊਗਾ ਅੱਜ ਦੀ ਅਨਾਊਂਸਮੈਂਟ ਦੇ ਵਿੱਚ। ਇੱਦਾਂ ਹੀ ਜਾਣੀ ਕਿ ਹੁਣ ਇਹ ਉਹ ਰਿਸਟ੍ਰਿਕਸ਼ਨਸ ਹਟਾਉਣਾ ਹੀ ਉਹਨਾਂ ਦੀ ਮੁੱਖ ਮੰਗ ਸੀ, ਜਿਹੜੇ ਸਾਰੇ ਕੈਨੇਡਾ ਨੂੰ ਘੇਰ ਕੇ ਬੈਠੇ ਆ ਸਰਹੱਦਾਂ ਤੇ ਜਾਂ ਕਹਿ ਲਓ ਉੱਥੇ ਆਟੋਵਾ 'ਚ। ਤੇ ਵੀ ਉਹਨਾਂ ਦੀ ਗੱਲ ਕਰਨ ਸੁਣਨ ਦੀ ਬਜਾਏ ਜੇ ਅੜੀ ਹੁਣ ਜਿਹੜਾ ਦੇ ਨਾਲ ਤੇ ਮਸਲੇ ਵਿਗੜਦੇ ਹੀ ਆ ਰਹੇ ਆ। ਪੰਜਾਬੀਆਂ ਤੋਂ ਵੱਧ ਇਸ ਗੱਲ ਨੂੰ ਕੌਣ ਜਾਣਦਾ? ਜਿੱਦਾਂ ਨਾਲ ਅੜੀਆਂ ਨਾਲ, ਹੰਕਾਰਾਂ ਨਾਲ, ਹਨਾ, ਸਦਾ ਜਾਣੀ ਕਿ ਮਸਲਾ ਵਿਗੜੂਗਾ। ਤੇ ਇਹ ਜਸਟਿਨ ਟਰੂਡੋ ਸਾਹਿਬ ਕਹਿੰਦੇ ਸੀਗੇ ਵੀ ਉਹ ਥੋੜੇ ਜਿਹੇ ਹੈਗੇ ਆ ਜੀ, ਉਹ ਕੋਈ ਐਡੀ ਗੱਲ ਨਹੀਂ ਆ ਜੀ, ਵੀ ਉਹਨਾਂ ਸੁਣਨ ਦੀ ਲੋੜ ਨਹੀਂ, ਮੈਂ ਨਹੀਂ ਮਿਲਣਾ। ਸੋ ਉੱਥੋਂ ਜਾਣੀ ਕਿ ਮਸਲਾ ਫਿਰ ਠੀਕ ਹੈ, ਜਿਹੜੇ ਬੰਦੇ ਦੇ ਹੱਥ ਦੇ ਮੋਢੇ ਤੇ ਪਰਨਾ ਉਹ ਕਹਿੰਦਾ ਵੀ ਠੀਕ ਆ ਜੀ, ਮਤਲਬ ਹੁਣ ਪ੍ਰਾਈਮ ਮਿਨਿਸਟਰ ਦਾ ਤੇ ਕੋਈ ਸਟੇਟਸ ਆ, ਰੁਤਬਾ ਆ, ਜਦੋਂ ਉਹਨੂੰ ਨਹੀਂ ਪਰਵਾਹ ਤੇ ਮੈਂ ਵੀ ਬੈਠਾ। ਉਹ ਬਹਿ ਗਏ ਤੇ ਉਸ ਲਿਹਾਜ਼ ਨਾਲ ਹੁਣ ਇਹ ਆਪੋ ਆਪਣੇ ਸ਼ਹਿਰ ਦੇ ਵਿੱਚ ਜਾਣੀ ਸਿਚੁਏਸ਼ਨ ਸਾਰਨੀਆ ਦੇ ਵਿੱਚ ਜੋ ਪਿਛਲੇ ਦਿਨਾਂ ਤੋਂ ਸੀਗੀ, ਉਹਦੇ ਕਰਕੇ ਜਾਣੀ ਕਿ ਹਾਈਵੇ 402 ਉਸ ਇਲਾਕੇ ਦੇ ਵਿੱਚ ਜਿਹੜਾ ਜਿੱਥੇ ਟਰੈਕਟਰਸ ਜਾਂ ਲੋਕਾਂ ਨੇ ਜਿਹੜਾ ਜਾਮ ਲਾਇਆ ਹੋਇਆ, ਟਰੱਕ ਵੀ ਉਹਦੇ ਵਿੱਚ ਸ਼ਾਮਲ ਕੁਛ ਗਿਣਤੀ ਦੇ ਵਿੱਚ, ਪਰ ਉੱਧਰੋਂ ਅਮਰੀਕਾ 'ਚੋਂ ਐਂਟਰ ਹੋਣ ਦੇ ਵਿੱਚ ਕਾਫੀ 8-8, 10-10 ਘੰਟੇ ਦੀ ਵੇਟ। ਇੱਦਾਂ ਹੀ ਫਿਰ ਇਹ ਅੰਬੈਸਡਰ ਬ੍ਰਿਜ ਦੀ ਜੋ ਸਿਚੁਏਸ਼ਨ ਸੀਗੀ, ਚਲੋ ਕੱਲ੍ਹ ਤੋਂ ਬਾਅਦ ਉਹ ਰਿਜ਼ੋਲਵ ਹੁਣ ਹੋਈ ਆ, ਪੁਲਿਸ ਨੇ ਕੀਤੀ ਆ, ਤੇ ਅੱਜ ਪਤਾ ਲੱਗ ਰਿਹਾ ਵੀ ਟ੍ਰੈਫਿਕ ਉੱਥੇ ਸਮੂਥ ਹੈ। ਇੱਦਾਂ ਹੀ ਇਹ ਸਾਰਨੀਆ ਇਲਾਕੇ ਦੇ ਵਿੱਚ ਅਮਰੀਕਾ ਤੋਂ ਇੱਧਰ ਐਂਟਰ ਹੋਣਾ ਲਗਭਗ ਸਮੂਥ ਹੈ ਜਿਹੜੀ ਟ੍ਰੈਫਿਕ ਹਾਲ ਦੀ ਘੜੀ ਦੇ ਵਿੱਚ। ਪਰ ਗਾਂ ਅੱਗੇ ਚੱਲ ਕੇ ਹਾਈਵੇ 402 ਦਾ ਇੱਕ ਹਿੱਸਾ ਜਿਹੜਾ ਜੀ ਕਿ ਉਹ ਬੰਦ ਦੱਸਿਆ ਜਾਂਦਾ। ਕੁੱਲ ਮਿਲਾ ਕੇ ਲੇਕਿਨ ਕਿ ਜਦੋਂ ਇਹ ਮੇਅਰ ਹੈਗੇ ਆ ਨਾ ਸਾਰਨੀਆ ਦੇ, ਮਾਈਕ ਬ੍ਰੈਡਲੀ, ਉਹ ਤਾਂ ਕਹਿੰਦੇ ਜੀ ਬਿਲਕੁਲ ਇਹ ਰਾਈਟ ਵਿੰਗਰਸ ਹੈਗੇ ਆ, ਇਹਨਾਂ ਨਾਲ ਗੱਲ ਕਰਨ ਦੀ ਜਮਾ ਹੀ ਕੋਈ ਲੋੜ ਨਹੀਂ, ਜਿਵੇਂ ਜਸਟਿਨ ਟਰੂਡੋ ਹੋਣਾ ਦਾ ਸਟੈਂਡ ਆ, ਇਹ ਲੋੜ ਹੀ ਨਹੀਂ ਜੀ, ਗੱਲ ਕਰਨ ਦੀ ਨਹੀਂ ਲੋੜ, ਹਨਾ। ਅੱਛਾ, ਲੇਕਿਨ ਹੁਣ ਦੂਜੇ ਪਾਸੇ ਕੱਲ ਤੋਂ ਖਬਰਾਂ ਇਹ ਆ ਰਹੀਆਂ ਤੇ ਅੱਜ ਵੀ ਇਹ ਮੀਟਿੰਗ ਇੱਕ ਕਹਿ ਰਹੇ ਵੀ ਹੋਣੀ ਆ ਆਟਵਾ ਦੇ ਮੇਅਰ ਜਿਮ ਵਾਟਸਨ ਦੇ ਨਾਲ। ਹੁਣ ਇਹ ਮੀਟਿੰਗ ਦੇ 3 ਹਫ਼ਤੇ ਪਹਿਲਾਂ ਹੀ ਕਰ ਲਈ ਜਾਂਦੀ ਤੇ ਸ਼ਾਇਦ ਮਸਲਾ ਹੀ ਨਾ ਇੱਥੇ ਤੱਕ ਪਹੁੰਚਦਾ।
ਹੁਣ ਉਹ ਮੀਟਿੰਗਾਂ ਜਾਣੀ ਕਿ ਦੌਰ ਸ਼ੁਰੂ ਕੀਤਾ ਹੋਇਆ। ਜਿਮ ਵਾਟਸਨ ਜਿਹੜੇ ਆ ਇਹ ਡੈਮੋਨਸਟ੍ਰੇਟਰਸ ਜਿਹੜੇ ਆ ਉਹਨਾਂ ਦੀ ਲੀਡਰਸ਼ਿਪ ਦੇ ਨਾਲ ਮੁਲਾਕਾਤਾਂ ਦੇ ਦੌਰ ਚਲਾ ਰਹੇ ਆ। ਉਹ ਜਾਣੀ ਆਪਣੇ ਓਟਵਾ ਸ਼ਹਿਰ ਦੇ ਮੇਅਰ ਆ ਜਿਮ ਵਾਟਸਨ, ਤੇ ਜਿਹੜੇ ਇਹ ਮਾਈਕ ਬ੍ਰੈਡਲੀ ਆ ਇਹ ਸਾਰਨੀਆ ਸ਼ਹਿਰ ਦੇ ਮੇਅਰ ਆ। ਤੇ ਟੋਟਲੀ ਜਾਣੀ ਕਿ ਵੀ ਇਹਨਾਂ ਦਾ ਵੱਖਰਾ ਦ੍ਰਿਸ਼ਟੀਕੋਣ ਆ, ਵੀ ਬਿਲਕੁਲ ਗੱਲ ਕਰਨ ਦੀ ਲੋੜ ਹੀ ਨਹੀਂ ਹੈ। ਸੋ ਇਸ ਲਿਹਾਜ਼ ਨਾਲ ਇਹ ਆ ਜੀ ਵੀ ਜਾਣੀ ਕਿ ਲੀਡਰਸ਼ਿਪ ਦੇ ਵਿੱਚ ਵੀ ਕਿਤੇ ਨਾ ਕਿਤੇ ਕੋਆਰਡੀਨੇਸ਼ਨ ਨਾ ਹੋਣ ਕਰਕੇ ਵੀ ਆਪਾਂ ਰਿਜ਼ੋਲਵ ਇਹਨੂੰ ਕਿੱਦਾਂ ਕਰਨਾ, ਇਹ ਪਹਿਲੇ ਦਿਨ ਤੋਂ ਮਸਲਾ ਜਿਹੜਾ ਜੀ ਵੀ ਉਲਝਿਆ ਹੋਇਆ, ਜਿਸ ਕਰਕੇ ਬਿਲਕੁਲ ਜਸਟਨ ਟਰੂਡੋ ਉਹਨਾਂ ਦੀ ਜਿਹੜੀ ਪਾਪੂਲੈਰਿਟੀ ਆ ਉਹ ਡਾਈਵ ਡਾਊਨ ਕੀਤੀ ਆ। ਤੇ ਪਿਛਲੇ ਜਾਣੀ ਕਿ 30-32 ਸਾਲਾਂ ਦੇ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਇੰਨੀ ਤੇਜ਼ੀ ਨਾਲ ਜਿਹੜੀ ਹਰਮਨਪਿਆਰਤਾ ਖਿਸਕੀ ਹੋਵੇ, ਗਿਰਾਵਟ ਵੱਲ ਨੂੰ ਗਈ ਹੋਵੇ, ਇਸ ਵੇਲੇ ਉਹ ਜਸਟਨ ਟਰੂਡੋ ਨੂੰ ਉਹਦਾ ਸਾਹਮਣਾ ਦੱਸਿਆ ਜਾ ਰਿਹਾ ਜੀ। ਦੇਸ਼ ਭਰ ਦੇ ਵਿੱਚ ਕਾਫੀ ਕਮਜ਼ੋਰ ਆਗੂ ਦੇ ਤੌਰ ਤੇ ਉਹਨਾਂ ਨੂੰ ਜਾਣਿਆ ਜਾਂਦਾ ਵੀ ਇਸ ਮਸਲੇ ਨੂੰ ਨਹੀਂ ਸਿਆਣਪ ਦੇ ਨਾਲ ਨਜਿੱਠਿਆ ਜਾ ਸਕਿਆ ਉਹਨਾਂ ਦੇ ਵੱਲੋਂ। ਤੇ ਹੁਣ ਲੇਕਿਨ ਕਿ ਜੋ ਸਿਚੁਏਸ਼ਨ ਹੌਲੀ ਹੌਲੀ ਬਣ ਰਹੀ ਹੈ ਜੀ ਵੀ ਓਟਵਾ ਦੇ ਵਿੱਚ ਜਾਣੀ ਕਿ ਗਲੀਆਂ ਜਿਹੜੀਆਂ ਉਹਨਾਂ ਨੇ ਸਟਰੀਟਸ ਸੜਕਾਂ ਜਾਮ ਕੀਤੀਆਂ ਵੀ ਉਹਨੂੰ ਛੱਡ ਕੇ ਉਹ ਪਾਰਲੀਮੈਂਟ ਸੰਸਦ ਦੇ ਏਰੀਆ ਦੇ ਵਿੱਚ ਜਾ ਕੇ ਬਹਿਬੂ ਜਾਣ। ਤੇ ਇਸ ਤਰ੍ਹਾਂ ਦਾ ਕੋਈ ਐਗਰੀਮੈਂਟ ਜੇ ਓਟਵਾ ਦੇ ਮੇਅਰ ਦੇ ਨਾਲ ਇਹ ਪ੍ਰੋਟੈਸਟ ਇਹਨਾਂ ਦੇ ਜਾਣੀ ਜਿਹੜੇ ਮੁਜ਼ਾਹਰਾਕਾਰੀ ਹੈਗੇ ਆ ਪ੍ਰੋਟੈਸਟਰਸ, ਇਹਨਾਂ ਦੀ ਲੀਡਰਸ਼ਿਪ ਦੇ ਨਾਲ ਹੋ ਜਾਂਦਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਓਟਵਾ ਦੇ ਵਿੱਚ ਲਾਈਫ ਬੈਕ ਟੂ ਨਾਰਮਲ ਹੋ ਸਕਦੀ ਆ, ਜਿਹੜੀ ਕਿ ਗੱਲਬਾਤ ਦੇ ਰਾਹੀਂ ਕਰਨ ਦੀ ਕੋਸ਼ਿਸ਼ ਹੈ ਜੀ। ਜਿੱਦਾਂ ਤੁਸੀਂ ਸੁਣ ਚੁੱਕੇ ਹੋ ਕਿ ਅੰਬੈਸਡਰ ਬ੍ਰਿਜ ਹੁਣ ਖੁੱਲ ਚੁੱਕਾ ਜੀ, ਸਮੂਥ ਟ੍ਰੈਫਿਕ ਹੋ ਰਹੀ ਹੈ ਐਂਡ ਬਲੂ ਵਾਟਰ ਬ੍ਰਿਜ ਦੇ ਉੱਤੇ ਵੀ ਸਮੂਥ ਟ੍ਰੈਫਿਕ ਹੋ ਰਹੀ ਹੈ। ਇਹ ਤੁਸੀਂ ਸੁਣ ਚੁੱਕੇ ਹੋ ਖਬਰ। ਪ੍ਰਜੋਲ ਸਾਹਿਬ ਆਓ ਫਿਰ ਗੱਲਬਾਤ ਕਰੀਏ ਅਸੀਂ CERB ਦੀ। 1610 ਲੋਕਾਂ ਨੂੰ CERB ਰਿਸੀਵ ਹੋਇਆ ਸੀ, ਭਾਵ ਮਿਲਿਆ ਸੀ ਉਹਨਾਂ ਨੂੰ ਜਿਹੜੇ ਆਊਟ ਆਫ ਕੈਨੇਡਾ ਸੀ, ਵਾਈਲ ਆਊਟ ਆਫ ਕੈਨੇਡਾ। ਕਿਉਂਕਿ ਜਿਹੜਾ CERB ਆਇਆ ਸੀ ਨਾ 2020 ਦੇ ਵਿੱਚ ਜਦੋਂ ਲਾਕਡਾਊਨ ਲੱਗਾ ਤੇ ਭਾਗ ਖੁੱਲ ਗਏ ਕਈ ਲੋਕਾਂ ਦੇ, ਤਾਂ ਘਰੇ ਬੈਠਿਆਂ ਦੇ 8-8 10-10 ਹਜ਼ਾਰ ਡਾਲਰ ਮਾਰ ਕੇ ਤੇ ਡਿੱਗਣ ਲੱਗ ਗਏ। ਉਹ ਛੱਪੜ ਫਾੜ ਕੇ ਦੇਣ ਵਾਲੀ ਗੱਲ ਹੀ ਹੋ ਗਈ ਨਾ। ਬਿਲਕੁਲ। ਹੁਣ ਸਭ ਤੋਂ ਜ਼ਿਆਦਾ ਕਹਿੰਦੇ ਜੀ CERB ਲੋਕਾਂ ਨੇ ਕਿੱਥੇ ਲਿਆ? ਬਰੈਂਪਟਨ ਚ 20% ਲੋਕਾਂ ਨੇ। ਓ ਵਾਓ, ਹਨਾ, ਹਰ ਪੰਜਵਾਂ ਵਿਅਕਤੀ। ਸੋ ਕਹਿਣ ਦਾ ਮਤਲਬ ਇਹ ਹੈ ਵੀ ਮੌਕੇ ਦਾ ਲਾਹਾ ਬਹੁਤ ਵਧੀਆ ਮਿਲਿਆ ਬਹੁਤ ਸਾਰੇ ਲੋਕਾਂ ਨੂੰ, ਤੇ ਕਈ ਉਹਨਾਂ ਨੇ ਆਪਣੇ ਤਰੀਕਿਆਂ ਦੇ ਨਾਲ ਜੀ ਉਹਦਾ ਕਹ ਲਓ ਵੀ ਵਰਤੋਂ ਦਾ ਦੁਰਵਰਤੋਂ ਵੀ ਕੀਤੀ ਹੋ ਸਕਦੀ ਆ। ਪਰ ਵਿਦੇਸ਼ਾਂ 'ਚ ਜਿਹੜੇ ਲੋਕ ਵੱਡੀ ਤਾਦਾਦ 'ਚ ਫਸ ਗਏ ਸੀ, ਕਿਉਂਕਿ CERB ਦੀ ਕੰਡੀਸ਼ਨ ਸੀਗੀ ਕਿ ਵਿਅਕਤੀ ਕੈਨੇਡਾ ਦਾ ਰੈਜ਼ੀਡੈਂਟ ਹੋਣਾ ਚਾਹੀਦਾ। ਹੁਣ ਰੈਜ਼ੀਡੈਂਟ ਹੋਣ ਦਾ ਮਤਲਬ ਇਹ ਨਹੀਂਗਾ ਵੀ ਜੇ ਉਹ ਟੈਂਪੋਰੇਰੀਲੀ ਕਿਸੇ ਕੰਮ ਬਾਹਰ ਗਏ ਹੋਏ ਨੇ, ਜਾ ਕੇ ਫਸ ਗਏ ਨੇ, ਵੀ ਉਹ ਰੈਜ਼ੀਡੈਂਟ ਨਹੀਂ ਰਹੇ, ਹਨਾ। ਰਾਈਟ। ਸੋ ਜਿਹਦੇ ਕਰਕੇ ਜਾਣੀ ਕੈਨੇਡੀਅਨ ਗਵਰਨਮੈਂਟ ਆਪਾਂ ਕਹਿੰਦੇ ਹੁੰਦੇ ਵੀ ਇਹਨਾਂ ਦੇ ਦਰਿਆ ਦਿਲ ਨੇ, ਵੀ ਭਾਵੇਂ ਵਿਅਕਤੀ ਵਿਦੇਸ਼ ਵਿੱਚ ਸੀ ਉਹਨਾਂ ਨੂੰ ਚੈੱਕ $2,000 ਵਿਦੇਸ਼ਾਂ 'ਚ ਮੇਲ ਕੀਤਾ। ਹੁਣ ਜਿਹੜਾ ਵਿਅਕਤੀ ਕੈਨੇਡਾ ਵਿੱਚ ਹੀ ਨਹੀਂ, ਆਪਾਂ CERB ਰੱਖੀ ਸੀ ਕਿ ਇੱਥੇ ਖਰਚੇ ਘਰੇ ਬੈਠੇ ਲੋਕਾਂ ਦੇ ਚੱਲਦੇ ਰਹਿਣ, ਤੇ ਜਿਹੜਾ ਜਾਣੀ ਘਰ ਹੈ ਹੀ ਨਹੀਂ, ਦੇਸ਼ ਤੋਂ ਹੀ ਬਾਹਰ ਆ, ਉਹਨੂੰ ਵੀ ਕੈਨੇਡਾ ਦੀ ਸਪੋਰਟ ਉੱਥੇ ਪਹੁੰਚੀ ਵੀ ਤੂੰ ਭਾਈ ਜਿੱਥੇ ਕਿਤੇ ਵੀ ਹੈ ਇੱਥੇ ਵੀ ਤੈਨੂੰ ਖਰਚਿਆਂ ਲਈ ਪੈਸਿਆਂ ਦੀ ਲੋੜ ਹੋ ਸਕਦੀ ਹੈ। ਇਹ ਦਰਿਆ ਦਿਲੀ ਹੁੰਦੀ ਆ ਸਰਕਾਰਾਂ ਦੀ, ਹਨਾ। ਇਹ ਦਰਿਆ ਦਿਲੀ ਹੁੰਦੀ। ਆਪਾਂ ਕਹਿੰਦੇ ਨੇ ਕੈਨੇਡਾ ਇੱਕ ਸਮੁੰਦਰ ਹੈ, ਇੱਥੇ ਕਈ ਪੰਛੀ ਕਈ ਪਸ਼ੂ ਆਏ, ਆਪਣੀਆਂ ਚੁੰਝਾਂ ਮੂੰਹ ਭਰ ਕੇ ਜਿੰਨਾ ਕੋ ਖੋਲ ਕੇ ਭਰ ਸਕੀਆਂ ਚੱਲ ਗਏ ਤੇ ਚੱਲ ਜਾ ਰਹੇ ਅਜੇ ਵੀ। ਆ ਵੈਲਫੇਅਰ ਦੇ ਉਹਦੇ ਵਿੱਚ ਐਗਜ਼ਾਮਪਲ ਆ। ਪਰ ਉਹਨਾਂ ਲੋਕਾਂ ਦਾ ਜੀਵਨ ਉੱਥੇ ਕੀ ਚੱਕਰ ਕੱਟ ਕੇ ਉੱਥੇ ਕੀ 84 ਲੱਖ ਜੂਨਾਂ 'ਚ ਉਹਨਾਂ ਦਾ ਸਮਾਪਤ ਹੋ ਜਾਂਦਾ। ਕਿਤੇ ਬਹੁਤ ਦੂਰ ਤੱਕ ਨਹੀਂ ਉਹ ਲੋਕ ਜਾਂਦੇ, ਜਿਨ੍ਹਾਂ ਦੀਆਂ ਟੇਕਾਂ ਜਾਣੀ ਵੈਲਫੇਅਰ ਤੇ ਆ, ਜਿਨ੍ਹਾਂ ਦੀਆਂ ਟੇਕਾਂ ਜਾਣੀ EI ਤੇ ਆ, ਜਾਂ ਮਤਲਬ ਇਸ ਤਰ੍ਹਾਂ ਦੀਆਂ ਜਿਹੜੀਆਂ ਪਾਲਿਸੀਜ਼ ਹੈਗੀਆਂ ਲਾਈਫ ਦੀਆਂ, ਦਿਨ ਕੱਟੀ ਕਰਨੀ, ਮਤਲਬ ਜ਼ਿੰਦਗੀ ਦਾ ਮੰਤਵ ਨਹੀਂ ਕੋਈ ਸਮਝਿਆ, ਜਿੱਦਾਂ ਹੇਜ਼ਲ ਮੈਕੈਲੀਅਨ ਕਹਿੰਦੇ ਆ ਜੀ। ਕੁੱਲ ਮਿਲਾ ਕੇ ਲੇਕਿਨ ਕਿ ਵੀ ਚੀਜ਼ ਆਪੋ ਆਪਣੇ ਜੀਵਨ ਦਾ ਚਲੋ ਹਾਲਤ ਹੈ। ਇਹ 1610 ਇਹੋ ਜਿਹੇ ਲੋਕ ਸੀਗੇ, ਆਪਾਂ ਵੱਡੀ ਤਾਦਾਦ ਦੇ ਵਿੱਚ ਵੈਸੇ ਵਿਦੇਸ਼ਾਂ 'ਚ ਲੋਕ ਫਸੇ ਸੀਗੇ, ਪੰਜਾਬ ਵਿੱਚ ਵੀ। ਇਹਨਾਂ 1610 ਦੇ ਵਿੱਚੋਂ 80 ਲੋਕ ਜਿਹੜੇ ਆ ਜੀ ਸਿਰਫ ਉਹ ਭਾਰਤ ਦੇ ਵਿੱਚ ਸੀਗੇ। ਬਾਕੀ ਦੇ ਜੀ ਵੀ ਲਗਭਗ ਜਿਹੜੇ ਅੱਧੇ ਆ 700 ਤੋਂ ਜ਼ਿਆਦਾ ਲੋਕ ਉਹ USA ਦੇ ਵਿੱਚ ਬਾਈ ਚਾਂਸ ਉਸ ਵੇਲੇ ਸੀਗੇ ਜਦੋਂ CERB ਅਨਾਉਂਸ ਹੋਈ ਆ। ਉਹਦੀ ਕੋਈ ਖਾਸ ਉਦੋਂ ਹੋਰ ਕੰਡੀਸ਼ਨ ਨਹੀਂ ਸੀਗੀ। ਸਤੰਬਰ 2020 ਤੱਕ ਉਹ ਚੱਲਿਆ। ਉਸ ਤੋਂ ਬਾਅਦ ਫਿਰ CERB ਆਇਆ, ਉਹਦੀਆਂ ਥੋੜ੍ਹੀਆਂ ਕੰਡੀਸ਼ਨਸ ਉਹਨਾਂ ਨੇ ਵਧਾ ਦਿੱਤੀਆਂ ਗਈ, ਤੇ ਫਿਰ ਜਿਸ ਕਰਕੇ ਘੱਟ ਲੋਕ ਉਹਨੂੰ ਕਲੇਮ ਕਰ ਸਕੇ। ਪਰ ਇਹ ਫੋਰਨ ਕੰਟਰੀਜ਼ ਦੇ ਵਿੱਚ ਜਾਣੀ ਬੈਠਿਆਂ ਵੀ ਲੋਕਾਂ ਨੂੰ ਉਸ ਲਾਕਡਾਊਨ ਦੇ ਸਮੇਂ ਤੇ ਕੈਨੇਡੀਅਨ ਗਵਰਨਮੈਂਟ ਨੇ ਬਾਹਰ ਬੈਠਿਆਂ ਨੂੰ ਵੀ ਜਾਣੀ ਇਮਦਾਦ CERB ਦੇ ਰੂਪ ਦੇ ਵਿੱਚ ਪਹੁੰਚਾਈ, ਜਿਹੜੇ ਕਿ 1600 ਤੋਂ ਵੱਧ ਲੋਕ ਜਾਣੀ ਆਊਟ ਆਫ ਕੈਨੇਡਾ ਉਹਨਾਂ ਨੂੰ ਚੈੱਕ ਮੇਲ ਕੀਤੇ ਗਏ ਜੀ। ਆਓ ਫਿਰ ਅਗਲੀ ਖਬਰ ਵੱਲ ਅਸੀਂ ਵੱਧਦੇ ਹਾਂ ਜੀ। ਤੁਸੀਂ ਤੁਹਾਡਾ ਕੋਈ ਵਿਚਾਰ ਹੋਵੇ, ਕਾਲ ਕਰਨਾ ਚਾਹੁੰਦੇ ਹੋ ਤਾਂ ਲਾਈਨਸ ਅਸੀਂ ਓਪਨ ਕਰ ਚੁੱਕੇ ਹਾਂ ਜੀ 9058131320। ਜੋਲ ਸਾਹਿਬ, ਰੀਜਨ ਆਫ ਪੀਐਲ ਨੇ ਪ੍ਰਪੋਜ਼ ਕੀਤਾ ਹੈ ਫਰੋਮ 2025 ਅ ਵੇਸਟ ਫਾਈਨੈਂਸ਼ੀਅਲ ਪਲਾਨ, ਜਿਹਨੂੰ ਅਸੀਂ ਪੇ ਪਰ ਯੂਜ਼ ਦਾ ਕਿਤਾਬ ਦਿੱਤਾ ਹੈ ਜੀ, ਫॉर ਬਰੈਂਪਟਨ, ਮਿਸਿਸਾਗਾ ਐਂਡ ਕੈਲਡਨ। ਇਹ ਹੁਣ ਰੀਜਨ ਆਫ ਪੀਐਲ ਦਾ ਕੀ ਪ੍ਰਪੋਜ਼ਲ ਹੈ ਵੇਸਟ ਫਾਈਨੈਂਸ਼ੀਅਲ ਪਲਾਨ? ਦੇਖੋ ਜੀ, ਹਜੇ
ਕਹਿ ਲਓ ਵੀ ਇਹਨੂੰ ਪਲਾਨ ਕੀਤਾ ਜਾ ਰਿਹਾ, ਤੇ ਪਿਛਲੇ ਦਿਨਾਂ ਤੋਂ ਜਾਣੀ ਆਪਣਾ ਹੁਣ ਮੀਡੀਆ ਦਾ ਮੰਤਵ ਹੁੰਦਾ ਵੀ ਕਿਸੇ ਗੱਲ ਨੂੰ ਫਿਰ ਡੂੰਘਾਈ 'ਚ ਜਾਣਾ ਜਿਹੜਾ ਲੋਕਾਂ ਦੇ ਜੀਵਨ ਨੂੰ, ਉਹਨਾਂ ਦੀ ਪੋਕਟ ਨੂੰ ਪ੍ਰਭਾਵਿਤ ਕਰੇਗਾ। ਰਾਈਟ। ਜਾਣੀ ਉਦਾਂ ਹੀ ਔੜਦੀਆਂ ਭਦੌੜੀ ਨਹੀਂ ਕਰੀ ਜਾਣੀਆਂ, ਡੂੰਘਾਈ 'ਚ ਜਾਣਾ, ਰਿਸਰਚ ਕਰਨੀ ਵੀ ਹੈ ਕੀ। ਜਿਸ ਕਰਕੇ ਵੀ ਫਿਰ ਜੀ ਵੀ ਕੌਂਸਲਰ ਸਾਹਿਬਾਨਾਂ ਨਾਲ ਵੀ ਗੱਲ ਕੀਤੀ, ਪੀਲ ਰੀਜਨ ਦੇ ਸੀਨੀਅਰ ਅਫੀਸ਼ੀਅਲ ਦੇ ਨਾਲ ਵੀ ਗੱਲ ਕੀਤੀ ਵੀ ਇਹ ਜਿਹੜੀ ਗੱਲ ਚੱਲ ਰਹੀ ਆ ਵੀ ਬਰੈਂਪਟਨ ਦੇ ਵਿੱਚ, ਮਿਸਿਸਾਗਾ 'ਚ, ਕੈਲੀਡਨ 'ਚ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਲੋਕ ਆ ਜਾਣੀ ਵੀ ਉਹਨਾਂ ਨੂੰ ਕੂੜਾ ਆਪਣਾ ਵੇਸਟ ਗਾਰਬੇਜ ਚੁਕਾਉਣ ਦੇ ਪੈਸੇ ਦੇਣੇ ਪੈਣਗੇ। ਇਹ ਕੀ ਪਲਾਨ ਆ ਭਾਈ? ਵੀ ਇਹ ਕੀ ਹੋਣਾ? ਐਸੇ ਸਾਲ ਹੀ ਆ ਰਿਹਾ, ਅਗਲੇ ਸਾਲ ਆ ਰਿਹਾ, ਇਲੈਕਸ਼ਨ ਤੋਂ ਪਹਿਲਾਂ ਲਿਆਓਗੇ, ਬਾਅਦ ਲਿਆਓਗੇ, ਕੀ ਹੋਏਗਾ? ਕਿਉਂਕਿ ਜਿਹੜੇ ਇਸ ਵੇਲੇ ਕੌਂਸਲਰ ਸਾਹਿਬਾਨ ਨੇ ਉਹ ਬੜੀ ਜਲਦੀ ਕੈਂਡੀਡੇਟ ਬਣਨ ਵਾਲੇ ਆ, ਦੁਬਾਰਾ ਫਿਰ ਉਹਨਾਂ ਨੂੰ ਇਲੈਕਸ਼ਨ ਚਾਹੀਦੀ ਹੈ। ਉਸ ਵਿੱਚ ਫਿਰ ਜੇ ਇਸ ਤਰ੍ਹਾਂ ਦਾ ਜਾਣੀ ਪ੍ਰਪੋਜ਼ਲ ਜ਼ਿਆਦਾ ਤੇਜ਼ੀ ਨਾਲ ਅੱਗੇ ਵੱਧਦਾ ਹੈ ਤੇ ਉਹਨਾਂ ਨੂੰ ਜਵਾਬ ਦੇਣੇ ਪੈ ਸਕਦੇ ਆ। ਪਰ ਹੁਣ ਸਿੱਟਾ ਇਹ ਨਿਕਲਿਆ ਸਾਡੀ ਇਨਵੈਸਟੀਗੇਸ਼ਨ ਦਾ ਵੀ ਇਹ ਜਿਹੜਾ ਪ੍ਰਪੋਜ਼ ਕੀਤਾ ਜਾ ਰਿਹਾ ਰੀਜਨ ਆਫ ਅਪੀਲ ਦੇ ਵੱਲੋਂ ਨਵਾਂ ਉਹਨਾਂ ਦਾ ਵੇਸਟ ਮੈਨੇਜਮੈਂਟ ਦਾ ਫਾਈਨੈਂਸ਼ੀਅਲ ਪਲਾਨ, ਉਹਨੂੰ ਆਪਾਂ ਪੇ ਪਰ ਯੂਜ਼ ਵੀ ਕਹਿ ਸਕਦੇ ਹਾਂ, ਜਿਹਦੇ ਵਿੱਚ ਵੀ ਇੱਦਾਂ ਦਾ ਪਲਾਨ ਹੋ ਸਕਦਾ ਆ ਵੀ ਜਿੰਨਾ ਕੁ ਬਿਨ ਦਾ ਸਾਈਜ਼ ਹੋਊਗਾ, ਵੀ ਜਿੰਨਾ ਕੁ ਕੋਈ ਫੈਮਿਲੀ ਹਾਊਸ ਹੋਲਡ ਗਾਰਬੇਜ ਵੇਸਟ ਪ੍ਰੋਡਿਊਸ ਕਰਨਗੇ ਓਨੇ ਕੁ ਉਹ ਪੇ ਕਰਨਗੇ। ਮਤਲਬ ਬਿਨ ਦੇ ਸਾਈਜ਼ ਦੇ ਲਿਹਾਜ਼ ਨਾਲ ਤੁਹਾਨੂੰ ਉਹਦੇ ਸਾਲ ਦੇ ਜਿਹੜੇ ਪੈਸੇ ਮਤਲਬ $150-200 $300 ਉਹ ਡਿਟਰਮਿਨ ਹੋ ਸਕਦਾ ਵੀ ਇੰਨੇ ਦਿਓਗੇ। ਤੇ ਫਿਰ ਉਹਦੇ ਵਿੱਚ ਸੀਗਾ ਜੀ ਵੀ ਇਹ ਕਦੋਂ ਆ ਰਿਹਾ, ਜਾਣੀ ਹਜੇ ਇਹਦੇ ਵਿੱਚ ਆ ਵੀ ਉਹ ਲੋਕਾਂ ਦੀ ਰਾਏ ਲੈ ਰਹੇ ਆ ਵੀ ਆਹ ਸਾਡਾ ਪਲਾਨ ਆ। ਉਹਦੇ ਵਿੱਚ 3 ਆਪਸ਼ਨਸ ਆ ਵੀ ਆਪਾਂ ਇਹਦੇ ਵਿੱਚ ਚੇਂਜ ਕਰੀਏ, ਮਤਲਬ ਆਪਾਂ ਚੇਂਜ ਕਰਕੇ ਇਹਦੇ ਵਿੱਚ ਪੇ ਪਰ ਯੂਜ਼ ਕਰ ਦਈਏ ਵੀ ਜਿੰਨਾ ਕੋਈ ਕੂੜਾ ਪ੍ਰੋਡਿਊਸ ਕਰ ਰਹੇ ਨੇ, ਜਿੰਨਾ ਉਹਨਾਂ ਦਾ ਬਿਨ ਦਾ ਸਾਈਜ਼ ਆ ਉਨੇ ਸਾਲ ਦੇ ਉਹ ਪੈਸੇ ਦੇ ਦੇਣਗੇ। ਤੇ ਜਾਂ ਫਿਰ ਕੋਈ ਹਾਈਬ੍ਰਿਡ ਤਰੀਕਾ ਅਪਣਾ ਲਈਏ ਵੀ ਥੋੜੇ ਬਹੁਤੇ ਪੈਸੇ ਦੇ ਦੇਣ ਤੇ ਥੋੜਾ ਬਹੁਤਾ ਜਿਹੜਾ ਜੀ ਬਿਨ ਦਾ ਸਾਈਜ਼ ਉਸ ਹਿਸਾਬ ਨਾਲ ਬਦਲ ਜਾਊਗਾ, ਤੇ ਬਾਕੀ ਜਿੱਦਾਂ ਪ੍ਰੋਪਰਟੀ ਟੈਕਸ ਹੁਣ ਤੱਕ ਜਾ ਰਿਹਾ ਵੀ ਉਹਦੇ ਵਿੱਚ ਐਡਜਸਟ ਹੁੰਦਾ ਰਹੂਗਾ। ਤੇ ਜਾਂ ਹੋਊਗਾ ਵੀ ਜਾਣੀ ਹਾਈਬ੍ਰਿਡ ਦੀ ਬਜਾਏ ਬਿਲਕੁਲ ਅਸੀਂ 100% ਉਹਨੂੰ ਕਰ ਦਈਏ ਵੀ ਜਿੱਦਾਂ ਪੇ ਪਰ ਯੂਜ਼। ਤੇ ਥਰਡ ਆਪਸ਼ਨ ਜਿਹੜੀ ਹੋਊਗੀ ਵੀ ਅਸੀਂ ਕੁਛ ਵੀ ਨਾ ਕਰੀਏ, ਐਜ਼ ਇਜ਼ ਹੀ ਰਹਿਣ ਦੀ ਜੀ। ਸੋ ਵੀ ਅਸੀਂ ਕੁਛ ਵੀ ਨਾ ਕਰੀਏ ਇੱਕ ਆਪਸ਼ਨ, ਦੂਸਰਾ ਉਹਨੂੰ ਪੇ ਪਰ ਯੂਜ਼ ਕਰ ਦਈਏ, ਤੇ ਤੀਸਰਾ ਉਹਨੂੰ ਹਾਈਬ੍ਰਿਡ ਕਰ ਦਈਏ ਤੇ ਦੋਨੋਂ ਹੀ ਆਪਸ਼ਨ ਥੋੜਾ ਜਿਹਾ ਪ੍ਰੋਪਰਟੀ ਟੈਕਸ ਉਹਨੂੰ ਬਰਡਨ ਚੱਕ ਲਏ ਤੇ ਥੋੜਾ ਜਿਹਾ ਲੋਕਾਂ ਦੀ ਪਾਕਟ ਤੇ ਭਾਰ ਪਾ ਦਈਏ। ਸਾਡਾ ਕੁਐਸਚਨ ਉਹਨਾਂ ਨੂੰ ਇਹ ਸੀਗਾ, ਕਈ ਵਾਰੀ ਜਾਣੀ ਟਾਲਦੇ ਨੇ ਬੜੀ ਤਰੀਕੇ ਦੇ ਨਾਲ ਉਹ ਕੁਐਸਚਨ ਨੂੰ। ਪਹਿਲਾਂ ਤਾਂ ਇੱਕ ਅਫੀਸ਼ੀਅਲ ਨੂੰ ਜਦੋਂ ਮੈਂ ਪੁੱਛਿਆ ਜੀ ਵੀ ਪ੍ਰੋਪਰਟੀ ਟੈਕਸ ਫਿਰ ਉਹਨਾਂ ਲੋਕਾਂ ਦਾ ਘੱਟ ਜਾਊਗਾ ਜਿੰਨਾ ਉਹ ਕੂੜੇ ਦੇ ਪੈਸੇ ਦੇਣਗੇ, ਉਹਨਾਂ ਦਾ ਜਵਾਬ ਅੱਗੋਂ ਫਟ ਬਲੰਟਲੀ ਇਹ ਸੀਗਾ, ਕੁਐਸਚਨ ਨੂੰ ਅੰਡਰਸਟੈਂਡ ਕੀਤਾ ਨਹੀਂ ਜੀ, ਪ੍ਰੋਪਰਟੀ ਟੈਕਸ ਨਹੀਂ ਵਧੂਗਾ। ਨਹੀਂ ਵਧੂਗਾ ਤੇ ਨਹੀਂ, ਪਰ ਜੇ ਓਨਾ ਵੀ ਰਹੂਗਾ ਜਿਹਦੇ ਵਿੱਚ ਕਿ ਹੁਣ ਕੂੜਾ ਚੱਕਣਾ ਇਨਕਲੂਡਡ ਆ, ਮਗਰੋਂ ਤੁਸੀਂ ਕੂੜੇ ਦੇ ਪੈਸੇ ਲੈਣ ਲੱਗ ਗਏ ਤੇ ਪ੍ਰੋਪਰਟੀ ਟੈਕਸ ਦੇ ਸਿੱਧੇ ਤੌਰ ਤੇ ਭਰੇ ਵਧੀਆ ਹੀ ਹੋਇਆ ਨਾ। ਪ੍ਰੋਪਰਟੀ ਟੈਕਸ ਜੇ ਓਨਾ ਵੀ ਰਵੇ ਤੇ ਵੇਸਟ ਦੇ ਗਾਰਬੇਜ ਦੇ ਪੈਸੇ ਲੋਕਾਂ ਨੂੰ ਐਕਸਟਰਾ ਦੇਣੇ ਪੈ ਗਏ ਤੇ ਸਿੱਧੇ ਤੌਰ ਤੇ ਪ੍ਰੋਪਰਟੀ ਟੈਕਸ ਵਧਿਆ ਹੀ ਹੋਇਆ। ਜਿੱਦਾਂ ਵੀ ਹੁਣ ਅਸੀਂ ਕਹਿੰਦੇ ਵੀ ਪ੍ਰੋਪਰਟੀ ਟੈਕਸ ਮਾਮੂਲੀ ਜਾਂ ਬਰੈਂਪਟਨ 'ਚ ਨਹੀਂ ਵਧਾਇਆ, ਪਰ ਚੰਗਾ ਚੋਖਾ ਜਿਹੜਾ ਵਾਟਰ ਤੇ ਸਟੋਰਮ ਚਾਰਜ ਦੇ ਨਾਂ ਤੇ ਜਾਣੀ ਕਿ ਉਹ ਟੈਕਸ ਉਗਰਾਇਆ ਜਾ ਰਿਹਾ, ਸਿੱਧੇ ਤੌਰ ਤੇ ਫਿਰ ਵਧਾਇਆ ਹੀ ਹੋਇਆ। ਪਰ ਉਹ ਜਾਣੀ ਕਿ ਏਦਾਂ ਦੀਆਂ ਜਿਹੜੀਆਂ ਯੁਕਤਾਂ ਲੱਭਦੇ ਆ, ਉਹਦੇ ਵਿੱਚ ਫਿਰ ਹੁਣ ਇਹ ਗੱਲ ਉੱਭਰ ਕੇ ਸਾਹਮਣੇ ਆਈ ਹੈ ਵੀ ਕਿਉਂਕਿ ਹਜੇ ਇਹ 3 ਆਪਸ਼ਨ ਹੀ ਆ, ਇਹ 3 ਆਪਸ਼ਨਸ ਤੇ ਲੋਕਾਂ ਦੀ ਰਾਏ ਲਵਾਂਗੇ, ਲੋਕਾਂ ਦੀ ਫੀਡਬੈਕ ਜਿੱਦਾਂ ਦੀ ਆ ਜੂਗੀ ਉਹਦੇ ਬੇਸ ਤੇ ਸਿੱਟਾ ਕੱਢ ਕੇ ਤੇ ਫਾਈਨਲ ਪ੍ਰਪੋਜ਼ਲ ਆ ਜਿਹੜੀ ਉਹ ਡਿਵੈਲਪ ਹੁੰਦੀ ਰਹੂਗੀ ਅਗਲੇ ਸਾਲ ਦੇ ਦੌਰਾਨ। ਉਹ ਫਿਰ ਕਿਤੇ ਜਾਊਗੀ ਰੀਜਨਲ ਕੌਂਸਲ ਦੇ ਕੋਲ, ਉਹ ਇਹਦੇ ਤੇ ਵੋਟ ਕਰਨਗੇ। ਜੇ ਜਾਣੀ ਕਿ ਫਿਰ ਨਵਾਂ ਪਲਾਨ ਉਹ ਅਪਰੂਵ ਕਰ ਦਿੱਤਾ ਕੌਂਸਲ ਨੇ ਵੀ, ਤੇ ਉਹ 2025 ਚ ਜਾ ਕੇ ਕਿਸੇ ਸਮੇਂ ਤੇ ਲਾਗੂ ਹੋ ਜਾਊਗਾ। ਜਾਣੀ ਕਿ ਆਉਣ ਵਾਲੇ 2-3 ਸਾਲਾਂ ਦੀ ਕਹਾਣੀ ਆ ਵੀ ਇਹ ਵੇਸਟ ਮੈਨੇਜਮੈਂਟ ਪਲੈਨਿੰਗ ਜਿਹੜਾ ਪਲਾਨ ਆ ਨਵਾਂ ਵੀ ਉਹ ਡਿਵੈਲਪ ਹੁੰਦਾ ਰਹਿਣਾ ਜੀ, ਜਦੋਂ ਤੱਕ ਐਜ਼ ਇਜ਼ ਸਾਰਾ ਕੁਛ ਚੱਲਦਾ ਰਹਿਣਾ ਆ। ਸੋ ਲੇਕਿਨ ਕਿ ਇਹਦੇ ਵਿੱਚ ਇਸ ਵੇਲੇ ਰੈਜ਼ੀਡੈਂਟ ਆ ਜਿਹੜੇ ਬਰੈਂਪਟਨ ਦੇ, ਮਿਸਿਸਾਗਾ ਦੇ, ਕੈਲੀਡਨ ਦੇ, ਉਹਨਾਂ ਦੇ ਵਾਸਤੇ ਮੋਸਟ ਇੰਪੋਰਟੈਂਟ ਇਹ ਆ ਕਿ ਆਪਣਾ ਜਿਹੜਾ ਫੀਡਬੈਕ ਆ ਆਨਲਾਈਨ ਜਾ ਕੇ ਪੀਲ ਰੀਜਨ ਦੀ ਵੈਬਸਾਈਟ ਤੇ ਜ਼ਰੂਰ ਇਹਦੇ ਬਾਰੇ ਦੇ ਦੇਣ, ਕਿਉਂਕਿ ਇਸ ਵੇਲੇ ਉਹਨਾਂ ਨੂੰ ਅਰਸ਼ ਇਹ ਫੀਡਬੈਕ ਪਹੁੰਚ ਰਹੀ ਹੈ। ਮੈਂ ਦੱਸ ਰਿਹਾ, ਫਿਰ ਲੋਕ ਬਾਅਦ ਚ ਕਹਿੰਦੇ ਸਾਨੂੰ ਪਤਾ ਨਹੀਂ ਲੱਗਾ। ਉਹਨਾਂ ਵੱਲੋਂ ਇੰਡੀਕੇਸ਼ਨ ਇਹ ਆ ਵੀ ਸਾਨੂੰ ਫੀਡਬੈਕ ਇਹ ਮਿਲ ਰਹੀ ਆ ਵੀ ਲੋਕ ਚਾਹੁੰਦੇ ਆ ਮੈਜੋਰਿਟੀ ਦੇ ਵਿੱਚ ਵੀ ਪੇ ਪਰ ਯੂਜ਼ ਕਰ ਦਿਓ ਜੀ, ਵੀ ਜਿੰਨਾ ਕੁ ਕੋਈ ਕੂੜਾ ਫੈਮਿਲੀ ਵੱਲੋਂ ਹੋਊਗਾ ਆਪਣਾ ਬਿਨ ਦੇ ਸਾਈਜ਼ ਦੇ ਲਿਹਾਜ਼ ਨਾਲ ਉਹ ਵੱਖਰੇ ਪੈਸੇ ਦੇ ਦੇਣਗੇ। ਸੋ ਇਸ ਕਰਕੇ ਜੇ ਏਦਾਂ ਆ ਗਿਆ ਪ੍ਰੋਪਰਟੀ ਟੈਕਸ ਭਾਵੇਂ ਤੁਹਾਡਾ ਓਨਾ ਹੀ ਰਵੇ, ਕੂੜੇ ਦੇ ਤੁਸੀਂ ਵੱਖਰੇ ਪੈਸੇ ਦੇਣੇ ਸ਼ੁਰੂ ਕਰ ਦਿਓਗੇ।
ਤੇ ਜੇ ਤੁਹਾਨੂੰ ਇਹਨਾਂ ਤਿੰਨਾਂ ਆਪਸ਼ਨਸ ਦੇ ਵਿੱਚ ਜੋ ਵੀ ਤੁਸੀਂ ਚਾਹੁੰਦੇ ਹੋ ਜਾ ਕੇ ਉੱਥੇ ਫੀਡਬੈਕ ਆਪਣੀ ਵੱਧ ਤੋਂ ਵੱਧ ਸਬਮਿਟ ਕਰੋਗੇ ਹਾਂ ਬਿਲਕੁਲ ਹੈ ਨਾ ਜੀ। ਜੀ ਜੀ ਸੋ ਇਸ ਕਰਕੇ ਹੁਣ ਇਹ ਫੀਡਬੈਕ ਜਦੋਂ ਮੰਗਦੇ ਨੇ ਤੇ ਫਿਰ ਦੇ ਦੇਣੀ ਚਾਹੀਦੀ ਹੈ, ਜੋ ਵੀ ਤੁਸੀਂ ਫੀਲ ਕਰਦੇ ਹੋ। ਬਾਅਦ ਵਿੱਚ ਨਹੀਂ ਕਹਿਣਾ ਜੀ ਕਿ ਸਾਨੂੰ ਪੁੱਛਿਆ ਨਹੀਂ, ਸਾਨੂੰ ਦੱਸਿਆ ਨਹੀਂ, ਸਾਨੂੰ ਪਤਾ ਨਹੀਂ ਲੱਗਾ, ਸਾਡੇ ਕਾਉਂਸਲਰ ਨੇ ਨਹੀਂ ਕੁਛ ਕੀਤਾ। ਜੀ ਕਾਉਂਸਲਰ ਨੇ ਨਹੀਂ ਕੁਛ ਕੀਤਾ, ਪਰ ਫਿਰ ਤੁਸੀਂ ਵੀ ਨਹੀਂ ਕੁਛ ਕੀਤਾ ਜੇ ਆਪਣੀ ਫੀਡਬੈਕ ਨਹੀਂ ਦਿੱਤੀ ਤਾਂ। 905-813-1320 ਜੋਲ ਸਾਹਿਬ ਕੁਇਕਲੀ ਅਸੀਂ ਇੱਕ ਲਾਸਟ ਨਿਊਜ਼ ਸਾਂਝੀ ਕਰਦੇ ਫਿਰ ਆਪਾਂ ਵਾਈਂਡ ਅਪ ਕਰਦੇ ਹਾਂ ਜੀ। ਕੈਨੇਡਾ ਟੂ ਅਨਾਉਂਸ ਆਏ ਹਾਏ ਹਾਏ ਵਰਡ ਇਮੀਗ੍ਰੇਸ਼ਨ ਲੈਵਲ ਪਲਾਨ ਫॉर ਦ ਨੈਕਸਟ 3 ਇਅਰਸ। ਉਹਨਾਂ ਕੋ ਭਾਜੀ ਜਿਹੜੇ ਪਿਛਲੇ ਜਿਹੜੇ ਸਟਕ ਆ ਉਹ ਵੀ ਤਾਂ ਪਹਿਲਾਂ ਕਲੀਅਰ ਕਰ ਲਓ, ਤੁਸੀਂ 3 ਸਾਲ ਦੀ ਗਾਂ ਸੋਚ ਰਹੇ ਹੋ ਹਲੇ। ਹਰਸ਼ ਸਟੱਕ ਕੋਈ 18 ਲੱਖ ਤੋਂ ਵੱਧਦੇ ਜਾਂਦੇ, ਜਾਨੀ ਲੋਕਾਂ ਦੀ ਦਿਲਚਸਪੀ ਉਡੋਗੇਟ ਬਰਕਰਾਰ ਆ, ਆਉਣਾ ਚਾਹੁੰਦੇ ਆਪੋ ਆਪਣੇ ਮੁਲਕ ਛੱਡ ਕੇ ਸਾਰੇ ਲੋਕ। ਫਿਰ ਆਪਾਂ ਗੱਲ ਕਰਦੇ ਹੁੰਦੇ ਵੀ ਇਸ ਵੇਲੇ ਕਿਸੇ ਕੋਲ ਨਹੀਂ ਸੋਚਣ ਦੀ ਇਹ ਵੇਲ ਹੈਗੀ ਵੀ ਕਿਤੇ ਗਲਤ ਜਗ੍ਹਾ ਕੈਨੇਡਾ 'ਚ ਜਾ ਕੇ ਫਸ ਨਾ ਜਾਈਏ, ਮਾੜੇ ਦੇਸ਼ ਵਿੱਚ। ਪਹਿਲਾਂ ਨੁਕਸ ਵੀ ਪਤਾ ਕਰ ਲਈਏ, ਜਾਂ ਜੇ ਕੋਈ ਨੁਕਸ ਦੱਸੇ ਤੇ ਉਹ ਮੰਨੇ ਲਈਏ ਜੀ, ਕਿਉਂਕਿ ਨੁਕਸ ਦੱਸਿਆ ਵੀ ਕੋਈ ਮੰਨਦਾ ਨਹੀਂ ਨਾ। ਵੀ ਇਹ ਨਹੀਂ ਨੁਕਸ ਤਾਂ ਦੱਸ ਰਹੇ ਵੀ ਸ਼ਾਇਦ ਮੈਂ ਵੀ ਉੱਥੇ ਕਿਤੇ ਪਹੁੰਚ ਕੇ ਖੁਸ਼ਹਾਲ ਨਾ ਹੋ ਜਾ, ਮੈਨੂੰ ਸਵਰਗ ਨਾ ਮਿਲ ਜੇ, ਮੈਨੂੰ ਰੋਕਣਾ ਚਾਹੁੰਦੇ ਆ। ਅੱਛਾ, ਇੱਥੇ ਪਹੁੰਚ ਕੇ ਫਿਰ ਆਪਾਂ ਟੈਚੀ ਰੱਖਦੇ ਹਾਂ ਸਾਰੀ, ਸਾਡੀ ਬੁੱਧੀ ਆਪਣੀ ਸਿਆਣਪ ਵੱਡੀ ਹੋ ਜਾਂਦੀ ਆ ਤੇ ਇਹਨਾਂ ਨੂੰ ਅਸੀਂ ਦੱਸਦੇ ਹਾਂ ਵੀ ਇਹ ਨਿਕੰਮੇ ਲੋਕ ਆ, ਇਹਨਾਂ ਨੂੰ ਇੰਨਾ ਨਹੀਂ ਪਤਾ, ਹਨਾ। ਸੋ ਇਸ ਕਰਕੇ ਇਹ ਆ ਜੀ ਵੀ ਹੁਣ ਉੱਥੋਂ ਤਾਂ ਲੋਕ ਬਾਹਰਲੇ ਦੇਸ਼ਾਂ ਚੋਂ, ਸਾਰੀ ਦੁਨੀਆ ਚੋਂ, ਕੈਨੇਡਾ ਨੰਬਰ 1 ਦੇਸ਼ ਦੁਨੀਆ ਦਾ, ਤੇ ਇੱਥੇ ਆਉਣਾ ਚਾਹੁੰਦੇ ਆ ਤੇ ਲੇਕਿਨ ਕਿ ਵੀ ਪ੍ਰੋਸੈਸਿੰਗ ਟਾਈਮ ਆ ਜਿਹੜਾ ਜੀ ਵੀ ਉਹ ਘੱਟ ਰਿਹਾ ਹੌਲੀ ਹੌਲੀ ਵੈਸੇ। ਪਰ ਹੋਰ ਲੋਕ ਅਗਲੇ 3 ਸਾਲਾਂ ਦੇ ਵਿੱਚ ਕੀ ਪਲੈਨਿੰਗ ਆ ਗਵਰਨਮੈਂਟ ਦੀ ਇੱਥੇ ਲਿਆਉਣ ਦੀ, ਇਹ ਅਨਾਉਂਸਮੈਂਟ ਦੀ ਉਡੀਕ ਜਿਹੜੀ ਆ ਜੀ ਪਿਛਲੇ ਮਹੀਨਿਆਂ ਤੋਂ ਚੱਲ ਰਹੀ ਸੀ ਇਲੈਕਸ਼ਨ ਤੋਂ ਬਾਅਦ ਤੱਕ, ਤੇ ਹੁਣ ਇਹ ਅੱਜ ਮਿਨਿਸਟਰ ਦੇ ਵੱਲੋਂ ਕੀਤੇ ਜਾਣ ਦੀ ਸੰਭਾਵਨਾ ਹੈ। ਤੇ ਇਹਦੇ ਡੀਟੇਲ ਜਿਹੜੇ ਆ ਜੀ ਜਗਜ਼ਾਰ ਹੋ ਜਾਣੇ ਆ। ਇਸ ਸਾਲ ਹੁਣ ਤੱਕ ਦਾ ਕੋਟਾ 4,11,000 ਲੋਕ ਇਸ ਸਾਲ ਦੇ ਵਿੱਚ ਪੱਕੇ ਕਰਨ ਦਾ ਅੰਦਰੋਂ ਜਾਂ ਬਾਹਰੋਂ ਇਹ ਟੀਚਾ ਹੈਗਾ। ਤੇ ਇਹਦੇ ਵਿੱਚ ਅਗਲੇ ਸਾਲ ਦੇ ਵਿੱਚ ਜਾਂ ਉਸ ਤੋਂ ਅੱਗੇ ਫਿਰ ਕੀ ਐਡਜਸਟਮੈਂਟ ਹੁੰਦੀ ਆ 2025 ਤੱਕ, ਇਹ ਆਉਂਦੇ ਘੰਟਿਆਂ ਦੇ ਵਿੱਚ ਅਨਾਉਂਸਮੈਂਟ ਹੋਣ ਜਾ ਰਹੀ ਹੈ ਜੀ। ਕੁਇਕਲੀ ਲਾਸਟ ਕਾਲ ਆਪਾਂ ਲੈਂਦੇ ਆ ਜੀ, ਕਾਫੀ ਟਾਈਮ ਤੋਂ ਹੋਲਡ ਤੇ ਸਨ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਬਰਲਿੰਗਟਨ ਤੋਂ ਰਿਸ਼ਪਾਲ ਸਿੰਘ ਜੌਲ ਬੋਲ ਰਿਹਾ ਜੀ। ਜੀ ਜੌਲ ਇਕੱਠੇ ਜੁੜ ਗਏ। ਹਾਂਜੀ ਜੌਲ ਸਾਹਿਬ ਜੀ ਨੂੰ ਤੇ ਆਪ ਜੀ ਨੂੰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਵੈਸੇ ਤਾਂ ਇੱਕ ਨਿਊਜ਼ ਜਿਹਾ ਦੇ ਦਿੱਤਾ ਜੀ ਵੈਲੈਂਟਾਈਨ ਡੇਨ ਵਾਲੇ, ਮੈਂ ਕੁਝ ਲੋਕ ਲੈਣਾ ਮੈਨੂੰ ਯਾਦ ਹੈ ਜੀ, ਕਹੋ ਤਾਂ ਕਹਿ ਦੇਣਾ ਜੀ ਜੀ। ਹਾਂਜੀ, ਇਕਬਾਲ ਜੀ ਸਵਰਗਵਾਸੀ ਰਾਮੂ ਵਾਲੀਆ ਜੀ ਨੇ ਇੱਕ ਵਾਰੀ ਅਖਬਾਰ 'ਚ ਲੇਖ ਲਿਖਿਆ ਸੀ, ਉਹਦੇ ਵਿੱਚ ਮੈਨੂੰ ਯਾਦਦਾਸ਼ਤ ਹੈ। ਇਹਦੇ ਵੈਲੈਂਟਾਈਨ ਦੀ ਹਿਸਟਰੀ ਇਹ ਲਿਖੀ ਹੈ ਜੀ ਉਹਨਾਂ ਨੇ ਕਿ 30ਵੀਂ ਸਦੀ ਵਿੱਚ ਰੋਮ ਜਾਣੀ ਕਿ ਇਟਲੀ ਦਾ ਇੱਕ ਬਾਦਸ਼ਾਹ ਹੁੰਦਾ ਸੀ, ਕਲਾਡੀਅਸ ਸੀ ਉਹਦਾ ਨਾਮ। ਇਹ ਬਾਦਸ਼ਾਹ ਜਿਹੜਾ ਸੀ ਉਹ ਕੁਬਾਰੇ ਨੌਜਵਾਨਾਂ ਨੂੰ ਨਾ ਫੌਜ ਵਿੱਚ ਭਰਤੀ ਜ਼ਰੂਰੀ ਤੌਰ ਤੇ ਕਰ ਲੈਂਦਾ ਸੀ ਵੀ ਲੜਾਈਆਂ 'ਚ ਭੇਜਣਾ ਉਹਨਾਂ ਨੂੰ, ਕੁਆਰਿਆਂ ਨੂੰ। ਤੇ ਫੌਜ ਵਿੱਚ ਮੁੰਡੇ ਜਿਹੜੇ ਸੀ ਨੌਜਵਾਨ ਨੂੰ ਜਾਣਾ ਨਹੀਂ ਸੀ ਪਸੰਦ ਕਰਦੇ ਹੁੰਦੇ, ਤੇ ਚਰਚਾਂ ਵਿੱਚ ਗਿਰਜਿਆਂ ਵਿੱਚ ਜਾ ਕੇ ਉਹ ਲੜਕਿਆਂ ਨਾਲ ਸ਼ਾਦੀ ਕਰਵਾ ਲੈਂਦੇ ਸੀਗੇ। ਰਾਜੇ ਨੇ ਗਿਰਜਾ ਦੇ ਪਾਦਰੀਆਂ ਨੂੰ ਹੁਕਮ ਦਿੱਤਾ ਵੀ ਇਹ ਸ਼ਾਦੀ ਤੋਂ ਬਿਨਾਂ ਸ਼ਾਦੀਆਂ ਨਹੀਂ ਕਰਨੀਆਂ ਬੱਚਿਆਂ ਦੀਆਂ, ਜਿਹੜੇ ਨੌਜਵਾਨ ਜਿੰਨਾ ਚਿਰ ਫੌਜ 'ਚ ਭਰਤੀ ਨਹੀਂ ਹੁੰਦੇ। ਤੇ ਬਾਦਸ਼ਾਹ ਦੇ ਹੁਕਮ ਨੂੰ ਕਿਸੇ ਨੇ ਵੀ ਬਹੁਤਾ ਚੰਗਾ ਨਹੀਂ ਸਮਝਿਆ ਤੇ ਸਾਰਿਆਂ ਨੇ ਵਿਰੋਧ ਕੀਤਾ। ਤੇ ਵੈਲੈਂਟਾਈਨ ਨਾਂ ਦਾ ਜਿਹੜਾ ਸੰਤ ਸੀ ਉਸ ਨੇ ਵਿਰੋਧ ਕੀਤਾ ਤੇ ਰਾਜੇ ਨੂੰ ਕਿਹਾ ਕਿ ਉਹ ਲੋਕਾਂ ਦੇ ਜਿਹੜੇ ਜਾਇਜ਼ ਹੱਕ ਹੈ ਉਹਨਾਂ ਦੀ ਵਿਰੋਧਤਾ ਨਾ ਕਰੇ। ਰਾਜਾ ਨਹੀਂ ਮੰਨਿਆ। ਇਸ ਤੋਂ ਬਾਅਦ ਸੰਤ ਵੈਲੈਂਟਾਈਨ ਨੇ ਲੁਕਵੇਂ ਢੰਗ ਤਰੀਕੇ ਨਾਲ ਕੁੜੀਆਂ ਤੇ ਮੁੰਡਿਆਂ ਦੇ ਵਿਆਹ ਜਿਹੜੇ ਉਹ ਕਰਵਾਉਣੇ ਸ਼ੁਰੂ ਕਰ ਦਿੱਤੇ। ਜਦੋਂ ਬਾਦਸ਼ਾਹ ਕਲਾਡੀਅਨ ਨੂੰ ਇਹ ਪਤਾ ਲੱਗਾ ਕਿ ਉਸਨੇ ਸੰਤ ਵੈਲੈਂਟਾਈਨ ਨੂੰ ਗ੍ਰਿਫਤਾਰ ਕਰਕੇ ਜੇਲ੍ਹ 'ਚ ਸੁੱਟ ਦਿੱਤਾ ਤੇ ਮਗਰੋਂ ਫਿਰ ਉਹਨੂੰ ਮਰਵਾ ਦਿੱਤਾ। ਇਸ ਤਰ੍ਹਾਂ ਸੰਤ ਵੈਲੈਂਟਾਈਨ ਨੇ ਨੌਜਵਾਨ ਮੁੰਡੇ ਕੁੜੀਆਂ ਦੇ ਪਿਆਰ ਦੀ ਖਾਤਰ ਆਪਣੀ ਕੁਰਬਾਨੀ ਦੇ ਦਿੱਤੀ ਤੇ ਇਸ ਦੇ ਪਿੱਛੋਂ ਇਸ ਸੰਤ ਦੇ ਵੈਲੈਂਟਾਈਨ ਨਾਂ ਕਰਕੇ ਇਹਦਾ ਨਾਂ ਵੈਲੈਂਟਾਈਨ ਡੇਜ਼ ਪੈ ਗਿਆ। ਸੋ ਇਸ ਕਰਕੇ ਜੌਲ ਸਾਹਿਬ ਜੀ ਦੱਸਿਆ ਵੀ ਇਹ ਮੁੰਡੇ ਕੁੜੀਆਂ ਸੇ ਮਸ਼ਕਰੀ ਕਰਦੇ ਆ ਉਹਦੀ ਕੁਰਬਾਨੀ ਨੂੰ, ਉਹਨੂੰ ਯਾਦ ਕਰਨਾ ਚਾਹੀਦਾ। ਹਿਸਟਰੀ ਇਹਦੀ ਇਹ ਆ ਵੀ ਉਹਨਾਂ ਨੇ ਕੁਰਬਾਨੀ ਦਿੱਤੀ ਆ ਬੱਚਿਆਂ ਦੀ ਖਾਤਰ, ਉਹਨਾਂ ਦੇ ਪਿਆਰ ਨੂੰ ਮਤਲਬ ਬਰਕਰਾਰ ਰੱਖਣ ਵਾਸਤੇ। ਜੀ ਥੈਂਕ ਯੂ ਸੋ ਮਚ। ਇਸ ਕਰਕੇ ਇਸ ਦੁਨੀਆ ਮਨਾਉਂਦੀ ਹੈ ਜੀ। ਜੇ ਕੋਈ ਗਲਤੀ ਹੋਵੇ ਤਾਂ ਮਾਫੀ ਕੇ ਜੌਲ ਸਾਹਿਬ ਤੁਹਾਨੂੰ ਬਹੁਤ ਜ਼ਿਆਦਾ ਜਾਣਦੇ। ਥੈਂਕ ਯੂ ਜੀ। ਜੀ ਥੈਂਕ ਯੂ ਸੋ ਮਚ। ਨਹੀਂ ਜੀ, ਤੁਸੀਂ ਬਹੁਤ ਅਹਿਸਾਨ ਕੀਤਾ ਸਾਡੇ ਤੇ, ਸਾਡੀ ਆਡੀਅנס ਤੇ ਅੱਜ ਵਿੱਚ ਆ ਕੇ। ਬਹੁਤ ਬਹੁਤ ਧੰਨਵਾਦ ਕਰਦੇ ਆ। ਇਹੀ ਹੁੰਦਾ ਅਸੀਂ ਦਿਨ ਹਰ ਇੱਕ ਦੇ ਪਿਛੋਕੜ ਦੇ ਵਿੱਚ ਜਾਈਏ, ਜੋ ਵੀ ਤਿਉਹਾਰ ਮਨਾਉਂਦੇ ਆ ਉਹਦਾ ਕੋਈ ਮੀਨਿੰਗ ਆ, ਉਹਦਾ ਕੋਈ ਮੰਤਵ ਆ। ਜਿੱਦਾਂ ਹੇਜ਼ਲ ਮੈਕੈਲੀਨ ਕਹਿੰਦੇ ਸਾਡੀ ਜ਼ਿੰਦਗੀ ਦਾ ਕੋਈ ਮੰਤਵ ਆ, ਏਦਾਂ ਹੀ ਹਰ ਦਿਹਾੜੇ ਦਾ ਵੀ ਇੱਕ ਮੰਤਵ ਆ। ਮੰਤਵ ਅਸੀਂ ਪੜ੍ਹੀਏ, ਭੰਗੜਾ ਵੀ ਪਾਈਏ, ਸਭ ਕੁਛ ਕਰੀਏ, ਪਰ ਲੇਕਿਨ ਕਿ ਜਿਹੜੇ ਵਿਅਕਤੀਆਂ ਦੇ ਕਰਕੇ ਉਹ ਦਿਹਾੜਾ ਉਹਨਾਂ ਨੂੰ ਜ਼ਰੂਰ ਯਾਦ ਕਰੀਏ, ਸ਼ਰਧਾ ਦੇ ਫੁੱਲ ਭੇਟ ਕਰੀਏ। ਅਕਸਰ ਉਹਨਾਂ ਨੇ ਆਪਣਾ ਕੋਈ ਇੰਟਰਸਟ ਸਾਹਮਣੇ ਨਾ ਰੱਖ ਕੇ ਕਿਸੇ ਲੋਕਾਂ ਦੇ ਲਈ ਕੁਰਬਾਨੀ ਕੀਤੀ ਤਾਂ ਕਿ ਇਹ ਬਚ ਜਾਣ। ਮੇਰਾ ਉਹ ਦਾੜਾ ਮੈਨੂੰ ਪ੍ਰਵਾਨ ਹੈ।
ਤੋਂ ਲੇਕਿਨ ਕਿ ਸ਼ਰਧਾਂਜਲੀ ਹੈ ਜੀ ਸੰਤ ਵੈਲੈਂਟਾਈਨ ਜੀ ਨੂੰ। ਜੀ ਜੌਲ ਸਾਹਿਬ ਦਾ ਨੰਬਰ ਤੁਸੀਂ ਫਟਾਫਟ ਨੋਟ ਡਾਊਨ ਕਰ ਲਓ, ਕਾਫੀ ਕਾਲਸ ਜੌਲ ਸਾਹਿਬ ਆ ਰਹੇ ਨੇ ਜੀ ਫॉर द ਇਮੀਗ੍ਰੇਸ਼ਨਸ ਨੂੰ ਲੈ ਕੇ। ਤੁਸੀਂ ਕਾਲ ਕਰ ਸਕਦੇ ਹੋ 4168953784 4168953784। ਜੌਲ ਸਾਹਿਬ ਦਾ ਨੰਬਰ, ਤੁਸੀਂ ਕਾਲ ਕਰਕੇ ਇਹਨਾਂ ਨਾਲ ਵਿਚਾਰ ਕਰ ਸਕਦੇ ਹੋ ਤੇ WhatsApp ਗਰੁੱਪ ਦੇ ਵਿੱਚ, ਇਹਨਾਂ ਦੇ ਨਿਊਜ਼ ਗਰੁੱਪ ਦੇ ਵਿੱਚ ਸ਼ਾਮਿਲ ਹੋ ਸਕਦੇ ਹੋ। ਜੌਲ ਸਾਹਿਬ ਟਾਈਮ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜਸਮੀਤ। ਥੈਂਕ ਯੂ ਸੋ ਮਚ ਜੌਲ ਸਾਹਿਬ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।